ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਆਪਾਂ ਸਾਈਕੋ ਦਾ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਕ੍ਰੀਏਟੀਵਿਟੀ। ਵੈਸੇ ਤਾਂ ਕ੍ਰੀਏਟੀਵਿਟੀ ਟੌਪਿਕ ਆਪਦੇ ਆਪ 'ਚ ਬਹੁਤ ਵੱਡਾ, ਪਰ ਅੱਜ ਆਪਾਂ ਸਭ ਕੁਝ ਉਹੀ ਕਰਾਂਗੇ ਜੋ ਪੇਪਰ ਦੇ ਲਈ ਇੰਪੋਰਟੈਂਟ ਆ। ਜਿਹੜੇ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਉਹਦੇ ਰਿਲੇਟਡ ਹੀ ਆਪਾਂ ਸਾਰਾ ਕੁਝ ਅੱਜ ਕਰਾਂਗੇ। ਤਾਂ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਲਾਸਟ ਤੱਕ। ਤੁਹਾਡੇ ਇਸ ਟੌਪਿਕ ਦੇ ਵਿੱਚੋਂ ਜਿੰਨਾ ਵੀ ਕੁਝ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਸਾਰਾ ਕੁਝ ਕਲੀਅਰ ਹੋ ਜਾਊਗਾ। ਹੁਣ ਜੇ ਕ੍ਰੀਏਟੀਵਿਟੀ ਦੀ ਗੱਲ ਕਰੀਏ ਤਾਂ ਮਤਲਬ ਹੁੰਦਾ ਸਿਰਜਣਾਤਮਕਤਾ। ਜਦੋਂ ਆਪਾਂ ਕੁਝ ਨਵਾਂ ਕ੍ਰੀਏਟ ਕਰਦੇ ਹਾਂ ਉਹਨੂੰ ਬੋਲਦੇ ਹਾਂ। ਤਾਂ ਕੋਈ ਵੀ ਚੀਜ਼ ਆਪਦੇ ਦਿਮਾਗ ਨਾਲ ਮਾਈਂਡ ਨਾਲ ਕ੍ਰੀਏਟ ਕਰਨ ਨੂੰ ਬੋਲਦੇ ਹਾਂ ਆਪਾਂ ਕ੍ਰੀਏਟੀਵਿਟੀ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਕੋਈ ਪੇਂਟਿੰਗ ਬਣਾਓ, ਤੁਸੀਂ ਕੋਈ ਆਰਟ ਬਣਾਓ ਆਪਦੇ ਦਿਮਾਗ ਨਾਲ, ਤਾਂ ਤੁਸੀਂ ਜੋ ਵੀ ਕੁਝ ਆਪਦੇ ਦਿਮਾਗ ਨਾਲ ਕ੍ਰੀਏਟ ਕਰੋਗੇ ਉਹ ਤੁਹਾਡੀ ਕ੍ਰੀਏਟੀਵਿਟੀ ਹੋਊਗੀ। ਹੁਣ ਤੁਸੀਂ ਜੋ ਵੀ ਕੁਝ ਨਵਾਂ ਬਣਾਓਗੇ ਬਸ ਸ਼ਰਤ ਇਹ ਆ ਵੀ ਉਹਦੇ ਵਿੱਚ ਆਹ 4 ਤੱਤ ਹੋਣੇ ਜ਼ਰੂਰੀ ਆ, ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ ਐਲੀਮੈਂਟ ਆਫ ਕ੍ਰੀਏਟੀਵਿਟੀ। ਹੁਣ ਕ੍ਰੀਏਟੀਵਿਟੀ ਦੇ ਜਿਹੜੇ ਐਲੀਮੈਂਟਸ ਨੇ, ਤੱਤ ਨੇ, ਉਹਦੇ ਵਿੱਚ ਸਭ ਤੋਂ ਪਹਿਲਾਂ ਫਲੂਐਂਸੀ ਆ ਜਾਂਦੀ ਆ, ਫਲੈਕਸੀਬਿਲਿਟੀ ਆ ਜਾਂਦੀ ਆ, ਓਰੀਜਨੈਲਿਟੀ, ਇਲੈਬੋਰੇਸ਼ਨ। ਹੁਣ ਇਹਨੂੰ ਇੱਕ ਇੱਕ ਕਰਕੇ ਸਮਝਦੇ ਹਾਂ ਆਪਾਂ। ਜੇ ਮੈਂ ਗੱਲ ਕਰਾਂ ਓਰੀਜਨੈਲਿਟੀ ਦੀ, ਹੁਣ ਦੇਖੋ ਜਦੋਂ ਤੱਕ ਆਪਾਂ ਜੇ ਮੰਨ ਲਓ ਡਰਾਇੰਗ ਦੀ ਗੱਲ ਕਰੀਏ, ਤੁਸੀਂ ਕੋਈ ਪੇਂਟਿੰਗ ਬਣਾਓ, ਤਾਂ ਜੇ ਪੇਂਟਿੰਗ ਤੁਸੀਂ ਬਣਾ ਰਹੇ ਹੋ ਸਭ ਤੋਂ ਪਹਿਲੀ ਚੀਜ਼ ਤੁਹਾਡੀ ਹੋਣੀ ਚਾਹੀਦੀ ਹੈ ਓਰੀਜਨੈਲਿਟੀ, ਤੁਹਾਡੀ ਆਪਦੀ ਖੁਦ ਦੀ ਹੋਣੀ ਚਾਹੀਦੀ ਆ। ਕਿਉਂਕਿ ਜੇ ਤੁਸੀਂ ਕਿਸੇ ਚੀਜ਼ ਨੂੰ ਕਾਪੀ ਕਰਕੇ ਬਣਾ ਰਹੇ ਹੋ ਤਾਂ ਉਹਨੂੰ ਆਪਾਂ ਕ੍ਰੀਏਟੀਵਿਟੀ ਥੋੜੀ ਬੋਲਾਂਗੇ, ਉਹ ਤਾਂ ਨਕਲ ਹੋਗੀ। ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਮੇਨ ਓਰੀਜਨੈਲਿਟੀ ਹੋਣੀ ਚਾਹੀਦੀ ਆ। ਇੱਕ ਉਹਦੇ ਵਿੱਚ ਫਲੂਐਂਸੀ ਹੋਣੀ ਚਾਹੀਦੀ ਆ। ਫਲੂਐਂਸੀ ਹੁੰਦੀ ਆ ਦ ਐਬਿਲਿਟੀ ਟੂ ਜਨਰੇਟ ਲੋਟਸ ਆਫ ਆਈਡੀਆਜ਼। ਮਤਲਬ ਤੁਸੀਂ ਜਿਹੜੇ ਪੇਂਟਿੰਗ ਬਣਾ ਰਹੇ ਹੋ, ਪੇਂਟਿੰਗ ਦੇ ਵਿੱਚ ਵੀ ਤੁਸੀਂ ਨਵੇਂ-ਨਵੇਂ ਆਈਡੀਆਜ਼ ਜਨਰੇਟ ਕਰੋ ਆਪਦੇ, ਨਵਾਂ-ਨਵਾਂ ਕੁਝ ਬਣਾਓ, ਭਾਵੇਂ ਡਿਫਰੈਂਟ ਨਾ ਹੋਵੇ, ਬਸ ਨਵਾਂ ਬਣਾਓ। ਤਾਂ ਉਹਦੇ ਵਿੱਚ ਆਪਣੇ ਫਲੂਐਂਸੀ ਹੋਣੀ ਜ਼ਰੂਰੀ ਆ, ਓਰੀਜਨੈਲਿਟੀ ਹੋਣੀ ਜ਼ਰੂਰੀ ਆ, ਫਿਰ ਫਲੈਕਸੀਬਿਲਿਟੀ। ਹੁਣ ਜੇ ਫਲੈਕਸੀਬਿਲਿਟੀ ਦੀ ਗੱਲ ਕਰੀਏ, ਆਪਾਂ ਨੂੰ ਪਤਾ ਫਲੈਕਸੀਬਿਲਿਟੀ ਦਾ ਮਤਲਬ ਕੀ ਹੁੰਦਾ, ਲਚਕੀਲਾਪਨ। ਹੁਣ ਜੇ ਐਗਜ਼ਾਮਪਲ ਦੀ ਗੱਲ ਕਰੀਏ, ਦੇਖੋ ਜਿਵੇਂ ਆਪਾਂ ਕੋਈ ਡਿਸ਼ ਤਿਆਰ ਕਰਦੇ ਹਾਂ। ਹੁਣ ਜੇ ਡਿਸ਼ ਆਪਾਂ ਕਿਸੇ YouTube ਚੈਨਲ ਤੋਂ ਦੇਖ ਕੇ ਕੋਈ ਤਿਆਰ ਕਰ ਰਹੇ ਹਾਂ, ਤਾਂ ਉਸ ਕੇਸ 'ਚ ਆਪਾਂ ਕੀ ਹੁੰਦਾ ਵੀ ਉਹਦੀ ਮਾਤਰਾ ਆਪਾਂ ਉਨੀ ਐਡ ਕਰਾਂਗੇ। ਇੱਕ ਜੇ ਆਪਾਂ ਚਾਹ ਦੀ ਗੱਲ ਕਰ ਲਈਏ, ਚਾਹ ਦੇ ਵਿੱਚ ਵੀ ਆਪਾਂ ਇੱਕ ਪੱਤੀ ਦੀ ਮਾਤਰਾ ਫਿਕਸ ਰੱਖਦੇ ਹਾਂ, ਜੇ ਆਪਾਂ ਕਿਸੇ ਤੋਂ ਸਿੱਖ ਕੇ ਬਣਾਉਂਦੇ ਹਾਂ ਕੋਈ ਚੀਜ਼। ਪਰ ਜਦੋਂ ਆਪਾਂ ਖੁਦ ਕੁਝ ਕ੍ਰੀਏਟ ਕਰ ਰਹੇ ਹੁੰਦੇ ਹਾਂ ਤਾਂ ਉਹਦੇ ਵਿੱਚ ਆਪਾਂ ਫਲੈਕਸੀਬਿਲਿਟੀ ਲਿਆਉਂਦੇ ਹਾਂ। ਜੇ ਤੁਸੀਂ ਮੰਨ ਲਓ ਕੋਈ ਪੇਂਟਿੰਗ ਵੀ ਬਣਾ ਰਹੇ ਹੋ, ਆਪਣੀ ਪੇਂਟਿੰਗ ਦੇ ਵਿੱਚ ਵੀ ਤੁਹਾਨੂੰ ਲੱਗਿਆ ਵੀ ਮੈਂ ਇਹ ਵਾਲਾ ਕਲਰ ਨਹੀਂ ਆਹ ਯੂਜ਼ ਕਰਨਾ, ਇਹ ਵਾਲੀ ਫਿਗਰ ਨਹੀਂ ਮੈਂ ਇਸ ਤਰੀਕੇ ਨਾਲ ਡਰਾਅ ਕਰਨੀ ਆ, ਤਾਂ ਉੱਥੇ ਕ੍ਰੀਏਟੀਵਿਟੀ 'ਚ ਕਿਤੇ ਨਾ ਕਿਤੇ ਫਲੈਕਸੀਬਿਲਿਟੀ ਦੇਖਣ ਨੂੰ ਮਿਲਦੀ ਆ। ਆਪਾਂ ਆਪਦੇ ਅਕੋਰਡਿੰਗ ਉਹਨੂੰ ਚੇਂਜ ਕਰ ਰਹੇ ਹੁੰਦੇ ਹਾਂ। ਤਾਂ ਆਹ 3 ਚੀਜ਼ਾਂ ਹੋ ਗਈਆਂ। ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਇਲੈਬੋਰੇਸ਼ਨ। ਇਲੈਬੋਰੇਸ਼ਨ ਹੁੰਦੀ ਹੈ ਵਿਸਥਾਰਤਾ। ਇਲੈਬੋਰੇਸ਼ਨ ਦੇ ਵਿੱਚ ਆਪਾਂ ਉਹਦੇ ਵਿੱਚ ਡਿਟੇਲਸ ਪਾਉਂਦੇ ਹਾਂ, ਕੁਛ ਨਵਾਂ, ਕੁਛ ਵੱਖਰਾ, ਕੁਛ ਰੀਅਲ ਲੈ ਕੇ ਆਉਂਦੇ ਹਾਂ, ਜਿਹੜੀ ਉਸ ਚੀਜ਼ ਨੂੰ ਪਲੀਜ਼ਿੰਗ ਬਣਾ ਦਿੰਦੀ ਹੈ, ਮਤਲਬ ਦੇਖਣ ਵਾਲੇ ਨੂੰ ਕੁਛ ਵਧੀਆ ਲੱਗੇ, ਉਹਨੂੰ ਪ੍ਰੈਜੈਂਟੇਬਲ ਬਣਾ ਦਿੰਦੇ ਹਾਂ ਆਪਾਂ। ਤਾਂ ਉਸ ਚੀਜ਼ ਨੂੰ ਆਪਾਂ ਓਰੀਜਨਲ ਆਈਡੀਆ ਤੋਂ ਚੱਕ ਕੇ ਕੰਪਲੀਟ ਕਰ ਦਿੰਦੇ ਹਾਂ। ਇਹ ਸੀਗਾ ਇਲੈਬੋਰੇਸ਼ਨ। ਇਸ ਤੋਂ ਇਲਾਵਾ ਵੀ ਇੱਕ ਕ੍ਰੀਏਟੀਵਿਟੀ ਹੁੰਦੀ ਹੈ ਜਿਹਨੂੰ ਆਪਾਂ ਡਿਵਰਜੈਂਟ ਬੋਲ ਦਿੰਦੇ ਹਾਂ, ਡਿਵਰਜੈਂਟ ਥਿੰਕਿੰਗ। ਜੇ ਤੁਸੀਂ ਮੇਰੀ ਥਿੰਕਿੰਗ ਵਾਲੀ ਵੀਡੀਓ ਦੇਖੀ ਹੈ, ਉਹਦੇ 'ਚ ਆਪਾਂ 5 ਥਿੰਕਿੰਗਸ ਦੀ ਗੱਲ ਕੀਤੀ ਸੀ, ਉਹਦੇ ਵਿੱਚੋਂ ਇੱਕ ਸੀਗੀ ਡਾਇਵਰਜੈਂਟ ਥਿੰਕਿੰਗ। ਤਾਂ ਕ੍ਰੀਏਟੀਵਿਟੀ ਦਾ ਇੱਕ ਐਲੀਮੈਂਟ ਡਾਇਵਰਜੈਂਟ ਥਿੰਕਿੰਗ ਵੀ ਹੁੰਦਾ, ਤੁਸੀਂ ਇਹ ਵੀ ਯਾਦ ਰੱਖਣਾ। ਡਾਇਵਰਜੈਂਟ ਥਿੰਕਿੰਗ ਹੁੰਦੀ ਹੈ ਕਿਸੇ ਚੀਜ਼ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਸੋਚਣ ਦੀ ਐਬਿਲਿਟੀ। ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਪੈਨ ਆ, ਪੈਨ ਨੂੰ ਆਪਾਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਹੁਣ ਪੈਨ ਨੂੰ ਆਪਾਂ ਪੁਆਇੰਟ ਆਊਟ ਕਰਨ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਲਿਖਣ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਕਿਸੇ ਦੇ ਚਲਾ ਕੇ ਮਾਰ ਵੀ ਸਕਦੇ ਹਾਂ। ਤਾਂ ਅਲੱਗ-ਅਲੱਗ ਤਰੀਕੇ ਹੁੰਦੇ ਨੇ ਕਿਸੇ ਚੀਜ਼ ਨੂੰ ਸੋਚਣ ਦੇ, ਤਾਂ ਉਹਨੂੰ ਬੋਲਦੇ ਆਪਾਂ ਡਾਇਵਰਜੈਂਟ ਥਿੰਕਿੰਗ। ਤਾਂ ਇਹਦੇ ਵਿੱਚ ਆਹ 4 ਮੁੱਖ ਅੰਗ ਹੁੰਦੇ ਨੇ, ਇਹਦੇ ਮੁੱਖ ਤੱਤ ਹੁੰਦੇ ਨੇ ਕ੍ਰੀਏਟੀਵਿਟੀ ਦੇ: ਫਲੂਐਂਸੀ, ਫਲੈਕਸੀਬਿਲਿਟੀ, ਓਰੀਜਨੈਲਿਟੀ ਤੇ ਇਲੈਬੋਰੇਸ਼ਨ। ਉਸ ਤੋਂ ਬਾਅਦ ਡਾਇਵਰਜੈਂਟ ਥਿੰਕਿੰਗ ਹੁੰਦੀ ਆ, ਉਹ ਮੈਂ ਤੁਹਾਨੂੰ ਦੱਸਦਾ। ਤਾਂ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਅੱਗੇ ਜੇ ਗੱਲ ਕਰੀਏ ਆਪਾਂ ਸਟੇਜਸ ਆਫ ਕ੍ਰੀਏਟੀਵਿਟੀ ਦੀ, ਕ੍ਰੀਏਟੀਵਿਟੀ ਦੇ ਸਟੇਜਸ ਦੀ ਗੱਲ ਕਰਾਂ ਤਾਂ ਇਹਦੀਆਂ 4 ਸਟੇਜਸ ਹੁੰਦੀਆਂ ਨੇ। ਪਹਿਲੀ ਹੁੰਦੀ ਆ ਪ੍ਰੈਪਰੇਸ਼ਨ। ਸਭ ਤੋਂ ਪਹਿਲੀ ਹੁੰਦੀ ਆ ਪ੍ਰੈਪਰੇਸ਼ਨ, ਜਿਹਦਾ ਮਤਲਬ ਤਿਆਰੀ ਹੁੰਦਾ। ਉਸ ਤੋਂ ਬਾਅਦ ਆ ਜਾਂਦੀ ਆ ਇਨਕੂਬੇਸ਼ਨ। ਇਨਕੂਬੇਸ਼ਨ ਦਾ ਮਤਲਬ ਹੁੰਦਾ ਪ੍ਰੋਸੈਸ ਆਫ ਡਿਵੈਲਪਮੈਂਟ। ਜਦੋਂ ਆਪਾਂ ਕੋਈ ਚੀਜ਼ ਵਿਕਾਸ ਕਰ ਰਹੇ ਹੁੰਦੇ ਆ ਤਾਂ ਇਹਦਾ ਮਤਲਬ ਹੁੰਦਾ ਪ੍ਰੋਸੈਸ ਆਫ ਡਿਵੈਲਪਮੈਂਟ। ਤਾਂ ਇਹ ਤੁਸੀਂ ਯਾਦ ਰੱਖਣਾ, ਪ੍ਰੈਪਰੇਸ਼ਨ, ਇਨਕੂਬੇਸ਼ਨ। ਉਸ ਤੋਂ ਬਾਅਦ ਇਲੂਮੀਨੇਸ਼ਨ। ਇਲੂਮੀਨੇਸ਼ਨ ਦਾ ਮਤਲਬ ਹੁੰਦਾ ਇੱਕ ਤਰ੍ਹਾਂ ਦੀ ਕਲੈਰਿਟੀ ਹੋਣਾ, ਆਪਾਂ ਨੂੰ ਅੰਡਰਸਟੈਂਡਿੰਗ ਹੋਣਾ ਵੀ ਆਪਾਂ ਕਰ ਕੀ ਰਹੇ ਹਾਂ। ਉਸ ਤੋਂ ਬਾਅਦ ਆਉਂਦਾ ਵੈਰੀਫਿਕੇਸ਼ਨ। ਵੈਰੀਫਿਕੇਸ਼ਨ ਤਾਂ ਆਪਾਂ ਨੂੰ ਪਤਾ ਹੀ ਆ, ਵੈਰੀਫਾਈ ਕਰਨਾ ਕਿਸੇ ਚੀਜ਼ ਨੂੰ ਵੀ ਜਿਹੜੀ ਚੀਜ਼ ਤੁਸੀਂ ਕ੍ਰੀਏਟ ਕੀਤੀ ਆ ਉਹ ਸਹੀ ਆ ਤੁਹਾਡੇ ਦੇ ਅਕੋਰਡਿੰਗ, ਜਾਂ ਤੁਸੀਂ ਜਿਹੜੀ ਚਾਹੁੰਦੇ ਸੀ ਉਹੋ ਜਿਹੀ ਬਣ ਗਈ ਆ। ਕਲੈਕਟ ਕਰਦੇ ਹਾਂ ਡਾਟਾ ਕਿਸੇ ਚੀਜ਼ ਨੂੰ ਮੈਜ਼ਰ ਕਰਨ ਵਾਸਤੇ, ਉਹਨੂੰ ਬੋਲਦੇ ਆਪਾਂ ਵੈਰੀਫਿਕੇਸ਼ਨ। ਤਾਂ ਆਈ ਹੋਪ 4 ਪੁਆਇੰਟ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਪਹਿਲਾ ਹੈਗਾ ਪ੍ਰੈਪਰੇਸ਼ਨ, ਇਨਕੂਬੇਸ਼ਨ, ਜਿਹਨੂੰ ਬੋਲਦੇ ਆਪਾਂ ਪ੍ਰੋਸੈਸ ਆਫ ਡਿਵੈਲਪਮੈਂਟ, ਫਿਰ ਇਲੂਮੀਨੇਸ਼ਨ, ਉਸ ਤੋਂ ਬਾਅਦ ਵੈਰੀਫਿਕੇਸ਼ਨ। ਤਾਂ ਇਹਦੇ 'ਚ 4 ਸਟੇਜਸ ਹੁੰਦੀਆਂ ਕ੍ਰੀਏਟੀਵਿਟੀ ਦੀਆਂ। ਹੁਣ ਤੱਕ ਆਪਾਂ ਕ੍ਰੀਏਟੀਵਿਟੀ ਦੀ ਡੈਫੀਨੇਸ਼ਨ ਪੜ੍ਹ ਲਈ, ਇਹਦੇ ਐਲੀਮੈਂਟਸ ਪੜ੍ਹ ਲਏ, ਫਲੂਐਂਸੀ, ਫਲੈਕਸੀਬਿਲਿਟੀ, ਓਰੀਜਨੈਲਿਟੀ ਤੇ ਇਲੈਬੋਰੇਸ਼ਨ। ਉਸ ਤੋਂ ਬਾਅਦ ਸਟੇਜਸ ਹੁੰਦੀਆਂ ਨੇ ਇਹਦੀਆਂ 4। ਪ੍ਰੈਪਰੇਸ਼ਨ ਹੁੰਦੀ ਆ, ਫਿਰ ਉਸ ਤੋਂ ਬਾਅਦ ਪ੍ਰੋਸੈਸ ਆਫ ਡਿਵੈਲਪਮੈਂਟ ਜਿਹਨੂੰ ਇਨਕੂਬੇਸ਼ਨ ਬੋਲਦੇ ਆ ਆਪਾਂ। ਉਸ ਤੋਂ ਬਾਅਦ ਇਲੂਮੀਨੇਸ਼ਨ ਹੁੰਦੀ ਆ, ਜਿਹਦੇ ਵਿੱਚ ਆਪਾਂ ਪਤਾ ਕਰਦੇ ਹਾਂ ਵੀ ਆਪਾਂ ਕਰ ਕੀ ਰਹੇ ਹਾਂ। ਫਿਰ ਉਸ ਤੋਂ ਬਾਅਦ ਵੈਰੀਫਿਕੇਸ਼ਨ, ਵੀ ਜਿਹੜਾ ਕੁਛ ਆਪਾਂ ਕੀਤਾ ਉਹ ਠੀਕ ਆ ਕਿ ਨਹੀਂ। ਤਾਂ ਸਟੇਜਸ ਇਹ ਹੁੰਦੀਆਂ, ਇਹ ਹੋ ਗਈਆਂ ਆਪਣੀਆਂ ਕ੍ਰੀਏਟੀਵਿਟੀ ਦੀਆਂ। ਇੱਕ ਵਾਰੀ ਹੁਣ ਇਸ ਚੀਜ਼ ਦਾ ਫਰਕ ਸਮਝ ਲੈਂਦੇ ਆਪਾਂ। ਇੰਟੈਲੀਜੈਂਸ ਦੇ ਵਿੱਚ ਕਨਵਰਜੈਂਟ ਥਿੰਕਿੰਗ ਹੁੰਦੀ ਆ। ਕਨਵਰਜੈਂਟ ਥਿੰਕਿੰਗ ਦਾ ਮਤਲਬ ਕੀ ਆ, ਜਾਂ ਛੋਟੇ ਬੱਚੇ ਨੂੰ ਆਪਾਂ ਕਹਿਤਾ ਵੀ 2 ਤੇ 2 ਮਿਲ ਕੇ ਕੀ ਹੁੰਦੇ ਆ, 4 ਹੁੰਦੇ ਆ। ਹੁਣ ਇਸ ਕੇਸ 'ਚ ਆਪਾਂ ਨੂੰ ਉਹਨੂੰ ਰੂਲ ਦੇ ਵਿੱਚ ਬੰਨ੍ਹਤਾ।
ਤਾਂ ਇੰਟੈਲੀਜੈਂਸ ਕਿਤੇ ਨਾ ਕਿਤੇ ਕਨਵਰਜੈਂਟ ਥਿੰਕਿੰਗ ਹੁੰਦੀ ਹੈ ਇੰਟੈਲੀਜੈਂਸ ਦੇ ਵਿੱਚ, ਆਪਾਂ ਨੂੰ ਦੇਖਣ ਨੂੰ ਮਿਲਦੀ ਆ, ਕਿਉਂਕਿ ਆਪਾਂ ਕਿਸੇ ਬੱਚੇ ਟੈਸਟ ਵੀ ਲੈਂਦੇ ਹਾਂ, ਟੈਸਟ ਜਾਂ ਪੇਪਰ ਵੀ ਲੈਂਦੇ ਹਾਂ, ਆਪਾਂ ਐਗਜ਼ਾਮ ਵੀ ਹੁੰਦੇ ਨੇ, ਉਹਨਾਂ ਵਿੱਚ ਵੀ ਆਪਾਂ ਇੱਕ ਸਿਲੇਬਸ ਨੂੰ ਪੜ੍ਹਦੇ ਹਾਂ, ਸਿਲੇਬਸ ਪੜ੍ਹ ਕੇ ਉਸ ਸਿਲੇਬਸ ਨੂੰ ਯਾਦ ਕਰਦੇ ਹਾਂ ਆਪਾਂ, ਫਿਰ ਉਹਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ, ਉਸ ਬੇਸ ਤੇ ਆਪਾਂ ਇੰਟੈਲੀਜੈਂਸ ਚੈੱਕ ਕਰਦੇ ਹਾਂ ਕਿਸੇ ਦੀ। ਤਾਂ ਇੰਟੈਲੀਜੈਂਸ ਦੇ ਵਿੱਚ ਹਮੇਸ਼ਾ ਕਨਵਰਜੈਂਟ ਥਿੰਕਿੰਗ ਹੁੰਦੀ ਆ। ਜੇ ਤੁਸੀਂ ਥਿੰਕਿੰਗ ਵਾਲੀ ਵੀਡੀਓ ਨਹੀਂ ਦੇਖੀ, ਜਾ ਕੇ ਦੇਖਿਓ, ਉਹਦੇ 'ਚ ਮੈਂ ਪੂਰੀ ਡਿਟੇਲ ਦੇ ਵਿੱਚ ਸਮਝਾਇਆ ਵੀ ਜਿੰਨੀਆਂ ਵੀ ਥਿੰਕਿੰਗ ਹੁੰਦੀਆਂ ਨੇ, ਕਿੰਨਾ ਦਾ ਕੀ ਮਤਲਬ ਹੁੰਦਾ। ਤਾਂ ਜੇ ਕਨਵਰਜੈਂਟ ਥਿੰਕਿੰਗ ਦੀ ਗੱਲ ਕਰੀਏ, ਤਾਂ ਇਹ ਆਪਾਂ ਨੂੰ ਨਿਯਮ ਦੇ ਵਿੱਚ ਬੰਨ੍ਹ ਦਿੰਦੀ ਆ, ਤਾਂ ਇਹਦੇ 'ਚ ਇਹਦਾ ਫਲਾਅ ਜਿਹੜਾ ਘੱਟ ਹੁੰਦਾ, ਜਿਸ ਕਰਕੇ ਇਹਨੂੰ ਕਨਵਰਜੈਂਟ ਥਿੰਕਿੰਗ ਬੋਲਦੇ ਆ। ਇਹ ਇੰਟੈਲੀਜੈਂਸ ਦੇ ਵਿੱਚ ਹੁੰਦੀ ਆ। ਬਟ ਜੇ ਗੱਲ ਕਰੀਏ ਆਪਾਂ ਕ੍ਰੀਏਟੀਵਿਟੀ ਦੀ, ਸਿਰਜਣਾਤਮਕਤਾ ਦੀ, ਸਿਰਜਣਾਤਮਕਤਾ ਦੇ ਵਿੱਚ ਜਿਹੜੀ ਥਿੰਕਿੰਗ ਹੁੰਦੀ ਆ, ਉਹ ਡਿਵਰਜੈਂਟ ਹੁੰਦੀ ਆ, ਮਤਲਬ ਆਪਾਂ ਮਲਟੀ ਤਰੀਕਿਆਂ ਨਾਲ ਸੋਚ ਸਕਦੇ ਹਾਂ। ਹੁਣ ਉਹੀ ਗੱਲ, ਜੇ ਮੈਂ ਤੁਹਾਨੂੰ ਪੇਂਟਿੰਗ ਦੀ ਗੱਲ ਕਰਾਂ, ਡਰਾਅ ਕਰਨ ਦੀ, ਜੇ ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਡਰਾਅ ਕਰੋਗੇ, ਆਪਣੇ ਦਿਮਾਗ ਦੇ ਵਿੱਚ ਜੋ ਵੀ ਕੁਛ ਆ ਰਿਹਾ, ਤਾਂ ਤੁਸੀਂ ਦਿਮਾਗ ਨੂੰ ਫਰੋਲੋਗੇ ਇੱਕ ਤਰ੍ਹਾਂ ਦਾ, ਅੱਡ-ਅੱਡ ਪੋਸੀਬਿਲਿਟੀਜ਼ ਚੈੱਕ ਕਰੋਗੇ ਦਿਮਾਗ ਦੇ ਵਿੱਚ, ਫਿਰ ਤੁਸੀਂ ਕੋਈ ਚੀਜ਼ ਬਣਾਓਗੇ। ਬਸ ਸ਼ਰਤ ਇਹ ਆ ਵੀ ਤੁਸੀਂ ਕਿਸੇ ਦੀ ਕਾਪੀ ਨਾ ਕਰੋ, ਖੁਦ ਕ੍ਰੀਏਟ ਕਰੋ ਕੁਛ। ਜੇ ਮੈਂ ਭਾਵੇਂ ਤੁਹਾਨੂੰ ਕੋਈ ਨਵੀਂ ਡਿਸ਼ ਬਣਾਉਣ ਨੂੰ ਵੀ ਕਹਿ ਤਾ ਵੀ ਤੁਸੀਂ ਆਪਦੇ ਵੱਲੋਂ ਕੁਛ ਵੀ ਬਣਾ ਕੇ ਦੇਖੋ, ਤਾਂ ਉੱਥੇ ਵੀ ਆਪਾਂ ਕ੍ਰੀਏਟੀਵਿਟੀ ਝਲਕਦੀ ਆ ਆਪਾਂ ਨੂੰ ਕਿਤੇ ਨਾ ਕਿਤੇ। ਜਿਹੜੇ ਡਿਜ਼ਾਇਨਰ ਹੁੰਦੇ ਨੇ, ਡਰੈਸਿਸ ਡਿਜ਼ਾਈਨ ਕਰਦੇ ਨੇ, ਜਾਂ ਜਿਹੜੇ ਪੇਂਟਿੰਗ, ਡਰਾਇੰਗ ਕਰਦੇ ਨੇ, ਤਾਂ ਇੱਕ ਗੱਲ ਇੱਥੋਂ ਇਹ ਹੋਰ ਨਿਕਲ ਕੇ ਆਉਂਦੀ ਆ ਵੀ ਹਰੇਕ ਜਿਹੜਾ ਬੁੱਧੀਮਾਨ ਬੱਚਾ ਕ੍ਰੀਏਟਿਵ ਨਹੀਂ ਹੁੰਦਾ, ਤੇ ਹਰੇਕ ਕ੍ਰੀਏਟਿਵ ਬੱਚਾ ਬੁੱਧੀਮਾਨ ਨਹੀਂ ਹੁੰਦਾ। ਉਸ ਤੋਂ ਬਾਅਦ ਅੱਗੇ ਆ ਜਾਂਦਾ ਲੈਵਲਸ ਆਫ ਕ੍ਰੀਏਟਿਵਿਟੀ। ਕ੍ਰੀਏਟਿਵਿਟੀ ਦੇ 5 ਲੈਵਲਸ ਨੇ, ਇਹਨਾਂ ਨੂੰ ਆਪਾਂ ਹੁਣ ਧਿਆਨ ਨਾਲ ਸਮਝਾਂਗੇ। ਸਭ ਤੋਂ ਪਹਿਲਾਂ ਗੱਲ ਆ ਜਾਂਦੀ ਹੈ ਐਕਸਪ੍ਰੈਸਿਵ ਲੈਵਲ ਦੀ। ਸਭ ਤੋਂ ਨੀਚੇਲਾ ਸਤਰ ਹੁੰਦਾ ਐਕਸਪ੍ਰੈਸਿਵ ਲੈਵਲ। ਉਸ ਤੋਂ ਬਾਅਦ ਸੈਕਿੰਡ ਨੰਬਰ ਤੇ ਆ ਜਾਂਦਾ ਪ੍ਰੋਡਕਟਿਵ ਲੈਵਲ, ਥਰਡ ਇਨਵੈਂਟਿਵ ਲੈਵਲ, ਫਿਰ ਇਨੋਵੇਟਿਵ ਲੈਵਲ, ਫਿਰ ਇਮਰਜੇਟਿਵ ਲੈਵਲ। ਯਾਦ ਰੱਖਣਾ, ਹੁਣ ਆਪਾਂ ਲੈਵਲਸ ਦੀ ਗੱਲ ਕਰ ਰਹੇ ਹਾਂ, ਇਹਦੇ 'ਚ ਨਾ ਕਾਫੀ ਕੁਛ ਆ ਗਿਆ। ਦੇਖੋ, ਪਹਿਲਾਂ ਆਪਾਂ ਐਲੀਮੈਂਟਸ ਦੀ ਗੱਲ ਕੀਤੀ, ਫਿਰ ਸਟੇਜਿਸ ਦੀ ਗੱਲ ਕੀਤੀ, ਹੁਣ ਆਪਾਂ ਗੱਲ ਕਰ ਰਹੇ ਹਾਂ ਲੈਵਲਸ ਦੀ। 5 ਲੈਵਲ ਹੁੰਦੇ ਨੇ: ਐਕਸਪ੍ਰੈਸਿਵ, ਪ੍ਰੋਡਕਟਿਵ, ਇਨਵੈਂਟਿਵ, ਇਨੋਵੇਟਿਵ ਤੇ ਇਮਰਜੇਟਿਵ। ਜੇ ਮੈਂ ਸਭ ਤੋਂ ਪਹਿਲੇ ਲੈਵਲ ਦੀ ਗੱਲ ਕਰਾਂ, ਸਭ ਤੋਂ ਲੋਐਸਟ ਲੈਵਲ ਦੀ, ਐਕਸਪ੍ਰੈਸਿਵ ਲੈਵਲ ਦੀ, ਇਹ ਕਹਿ ਸਕਦੇ ਹੋ ਵੀ ਇਹ ਬਿਨਾਂ ਓਰੀਜਨੈਲਿਟੀ ਤੋਂ, ਬਿਨਾਂ ਫਲੂਐਂਸੀ ਤੋਂ ਵਿਚਾਰਾਂ ਨੂੰ ਪ੍ਰਗਟ ਕਰਨ ਨੂੰ ਬੋਲਦਾ ਆਪਾਂ ਐਕਸਪ੍ਰੈਸਿਵ ਲੈਵਲ। ਵੀ ਇਹਦੇ ਵਿੱਚ ਆਪਾਂ ਜਿੰਨੇ ਵੀ ਆਪਣੇ ਵਿਚਾਰ ਹੁੰਦੇ ਨੇ, ਭਾਵੇਂ ਓਰੀਜਨਲ ਨਾ ਹੋਣ। ਹੁਣ ਦੇਖੋ, ਆਪਾਂ ਜੇ ਆਰਟ ਦੀ ਵੀ ਗੱਲ ਕਰ ਰਹੇ ਹਾਂ, ਜੇ ਮੈਂ ਹੁਣ ਪੇਂਟਿੰਗ ਦੀ ਐਗਜ਼ਾਮਪਲ ਲਈ ਸੀ, ਪੇਂਟਿੰਗ ਦੇ ਵਿੱਚ ਵੀ ਤਾਂ ਆਪਾਂ ਪਹਿਲਾਂ ਜਿਹੜੇ ਦਿਮਾਗ ਦੇ ਵਿੱਚ ਝਲਕਾਂ ਆਪਣੇ ਹੁੰਦੀਆਂ ਨੇ, ਆਸੇ-ਪਾਸੇ ਦੇਖੀਆਂ ਵੀਆਂ, ਉਹਨਾਂ ਤੋਂ ਹੀ ਕੁਛ ਰੈਡੀਮੇਡ ਨਵੀਂ ਚੀਜ਼ ਤਿਆਰ ਕਰਦੇ ਹਾਂ। ਹੁਣ ਜੇ ਮੈਂ ਤੁਹਾਨੂੰ ਇੱਕ ਨਵੀਂ ਡਿਸ਼ ਦੀ ਗੱਲ ਕਰਾਂ, ਵੀ ਤੁਸੀਂ ਨਵੀਂ ਡਿਸ਼ ਬਣਾਉਣੀ ਆ, ਉਹਦੇ ਵਿੱਚ ਵੀ ਤਾਂ ਆਪਾਂ ਕੁਛ ਨਾ ਕੁਛ ਐਲੀਮੈਂਟਸ ਜਿਹੜੇ ਆਪਣੇ ਦਿਮਾਗ ਦੇ ਵਿੱਚ ਪਹਿਲਾਂ ਫਿੱਟ ਹੋਣਗੇ, ਉਹਨਾਂ ਨੂੰ ਯੂਜ਼ ਕਰਾਂਗੇ ਨਾ ਆਪਾਂ, ਜਿਹੜਾ ਆਸੇ-ਪਾਸੋਂ ਸਿੱਖਿਆ ਹੋਊਗਾ ਆਪਾਂ, ਨੌਲੇਜ ਨੂੰ ਸਿੱਖ ਕੇ ਆਪਾਂ ਕੰਬਾਈਨ ਕਰਕੇ ਨਵਾਂ ਕੁਛ ਕ੍ਰੀਏਟ ਕਰਦੇ ਹਾਂ। ਤਾਂ ਇੱਥੇ ਕਿਤੇ ਨਾ ਕਿਤੇ ਪਹਿਲਾਂ ਲੈਵਲ ਦੇ ਵਿੱਚ ਉਹੀ ਚੀਜ਼ਾਂ ਆ ਜਾਂਦੀਆਂ ਵੀ ਓਰੀਜਨੈਲਿਟੀ ਪਹਿਲਾਂ ਨਹੀਂ ਹੁੰਦੀ, ਨਾ ਹੀ ਪਹਿਲਾਂ ਫਲੂਐਂਸੀ ਹੁੰਦੀ ਆ। ਬਸ ਸਿੰਪਲ ਆਪਾਂ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ, ਜਿਹੜੇ ਆਪਣੇ ਕੋਲ ਪਹਿਲਾਂ ਹੀ ਦਿਮਾਗ ਦੇ ਵਿੱਚ ਫਿੱਟ ਹੁੰਦੇ ਨੇ। ਆਈ ਥਿੰਕ ਐਕਸਪ੍ਰੈਸਿਵ ਲੈਵਲ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਫਿਰ ਉਸ ਤੋਂ ਬਾਅਦ ਆ ਜਾਂਦਾ ਪ੍ਰੋਡਕਟਿਵ ਲੈਵਲ। ਹੁਣ ਪ੍ਰੋਡਕਟਿਵ ਲੈਵਲ ਦੇ ਵਿੱਚ ਕਨਸੈਪਟ ਆ ਜਾਂਦੇ ਨੇ, ਜਿਹ 'ਚ ਨਵੇਂ-ਨਵੇਂ ਕਨਸੈਪਟ ਬਣਦੇ ਆ, ਯੂਨੀਕਨੈਸ, ਇਹਦੇ ਵਿੱਚ ਯੂਨੀਕ ਚੀਜ਼ਾਂ ਕ੍ਰੀਏਟ ਕਰਦੇ ਹਾਂ ਆਪਾਂ, ਉਹ ਲੈਵਲ ਹੁੰਦਾ ਪ੍ਰੋਡਕਟਿਵ ਲੈਵਲ। ਕੁਛ ਨਵੇਂ ਆਈਡੀਆਜ਼, ਨਵੇਂ ਵਿਚਾਰ, ਨਵੇਂ ਕਨਸੈਪਟ, ਯੂਨੀਕ ਆਈਡੀਆਜ਼ ਨੂੰ ਕ੍ਰੀਏਟ ਕਰਨ ਦੀ ਗੱਲ ਆ ਜਾਂਦੀ ਆ ਪ੍ਰੋਡਕਟਿਵ ਲੈਵਲ ਦੇ ਵਿੱਚ। ਨੈਕਸਟ ਜੇ ਗੱਲ ਕਰਾਂ ਮੈਂ ਇਨਵੈਂਟਿਵ ਲੈਵਲ ਦੀ, ਇਨਵੈਂਟਿਵ ਲੈਵਲ ਦੇ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਕੁਛ ਕ੍ਰੀਏਟ ਕਰਦੇ ਹਾਂ ਆਪਾਂ ਨਵਾਂ। ਫੋਰ ਐਗਜ਼ਾਮਪਲ, ਜਿਵੇਂ ਹੁਣ ਚੰਡੀਗੜ੍ਹ ਦਾ ਰੌਕ ਗਾਰਡਨ ਆ, ਰੌਕ ਗਾਰਡਨ ਬਾਰੇ ਤੁਸੀਂ ਸੁਣਿਆ ਹੋਊਗਾ, ਛੋਟੇ ਹੁੰਦੇ ਉੱਤੇ ਆਪਾਂ ਪੜ੍ਹਦੇ ਹੋਣੇ ਆ, ਜਾਂ ਹੋ ਸਕਦਾ ਤੁਸੀਂ ਦੇਖਿਆ ਵੀ ਹੋਵੇ। ਉਹਦੇ ਵਿੱਚ ਵੇਸਟ ਮਟੀਰੀਅਲਸ ਦਾ ਯੂਜ਼ ਕਰਕੇ ਅੱਡ-ਅੱਡ ਚੀਜ਼ਾਂ ਕ੍ਰੀਏਟ ਕੀਤੀਆਂ ਗਈਆਂ ਨੇ। ਉਹ ਜਿਹੜਾ ਲੈਵਲ ਆ ਕ੍ਰੀਏਟਿਵਿਟੀ ਦਾ, ਉਹ ਕਿਹੜਾ ਲੈਵਲ ਆ? ਇਨਵੈਂਟਿਵ ਲੈਵਲ ਆ। ਇਹਦੇ ਵਿੱਚ ਆਪਾਂ ਵੇਸਟ ਮਟੀਰੀਅਲ ਨੂੰ ਲੈ ਕੇ ਨਵੀਂ ਚੀਜ਼ਾਂ ਬਣਾਉਂਦੇ ਆ। ਇੱਕ ਤਰ੍ਹਾਂ ਦਾ ਇਹਨੂੰ ਕਹਿ ਸਕਦੇ ਹਾਂ, ਪੁਰਾਣੀ ਚੀਜ਼ਾਂ ਦਾ ਇਸਤੇਮਾਲ ਕਰਕੇ ਕੁਛ ਨਵਾਂ ਕ੍ਰੀਏਟ ਕਰਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਇਨੋਵੇਟਿਵ ਲੈਵਲ। ਇਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਹੁੰਦੀਆਂ, ਇਹ ਕ੍ਰੀਏਟਿਵਿਟੀ ਦਾ ਉੱਚਾ ਸਤਰ ਬੋਲਿਆ ਜਾਂਦਾ ਇਹਨੂੰ, ਕਿਉਂਕਿ ਇਹ 4th ਲੈਵਲ ਪਹੁੰਚ ਗਿਆ। ਐਂ ਸਮਝ ਲਓ ਤੁਸੀਂ ਵੀ 3 ਲੈਵਲ ਤੋਂ ਬਾਅਦ ਉੱਪਰਲੇ ਲੈਵਲ ਤੇ ਪਹੁੰਚਣਾ ਸ਼ੁਰੂ ਹੋ ਗਏ, ਤਾਂ ਇਹਨੂੰ ਆਪਾਂ ਉੱਚਾ ਸਤਰ ਵੀ ਬੋਲ ਦਿੰਦੇ ਹਾਂ ਕ੍ਰੀਏਟਿਵਿਟੀ ਦਾ। ਲਾਸਟ ਇਹ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ ਇਮਰਜੇਟਿਵ ਲੈਵਲ। ਇਹਦੇ ਵਿੱਚ ਅਮੂਰਤ ਚੀਜ਼ਾਂ ਨੂੰ ਲੈ ਕੇ ਕ੍ਰੀਏਟਿਵਿਟੀ ਕੀਤੀ ਜਾਂਦੀ ਆ, ਜਾਂ ਆਪਾਂ ਕਹਿ ਸਕਦੇ ਹਾਂ ਐਬਸਟਰੈਕਟ ਚੀਜ਼ਾਂ ਨੂੰ, ਜਿਹੜੀਆਂ ਆਪਾਂ ਨੂੰ ਦਿਖਦੀਆਂ ਨਹੀਂ ਗੀਆਂ। ਇਹਦੇ ਵਿੱਚ ਕਵੀ, ਪੋਇਟ, ਸਾਹਿਤਕਾਰ ਆ ਜਾਂਦੇ ਨੇ। ਜਿਵੇਂ ਪੋਇਟ ਜਾਂ ਪੋਇਮਸ ਤਿਆਰ ਕਰਦੇ ਨੇ, ਹੁਣ ਪੋਇਮ ਦਿਖਦੀ ਥੋੜ੍ਹੀ ਨਾ ਹੈਗੀ ਆ, ਜਾਂ ਜਿਹੜੇ ਰਾਈਟਰ ਨੇ ਕਹਾਣੀਆਂ ਲਿਖਦੇ ਨੇ ਇਮੈਜਿਨ ਕਰਕੇ, ਤਾਂ ਉਹਦੇ ਵਿੱਚ ਜਿਹੜੀ ਥਿੰਕਿੰਗ ਹੁੰਦੀ ਆ ਐਬਸਟਰੈਕਟ ਹੁੰਦੀ ਆ। ਤਾਂ ਇਹ ਜਿਹੜਾ ਲੈਵਲ ਹੁੰਦਾ ਕ੍ਰੀਏਟਿਵਿਟੀ ਦਾ, ਉਹਨੂੰ ਬੋਲਦੇ ਹਾਂ ਆਪਾਂ ਐਬਸਟਰੈਕਟ ਜਾਂ ਇਮਰਜੇਟਿਵ ਲੈਵਲ। ਆਈ ਹੋਪ ਤੁਹਾਨੂੰ 5 ਲੈਵਲ ਕਲੀਅਰ ਹੋ ਗਏ ਹੋਣਗੇ। ਇੱਕ ਵਾਰੀ ਰਿਪੀਟ ਕਰ ਲੈਂਦੇ ਹਾਂ। ਪਹਿਲਾ ਲੈਵਲ ਸੀਗਾ ਐਕਸਪ੍ਰੈਸਿਵ ਲੈਵਲ। ਐਕਸਪ੍ਰੈਸਿਵ ਲੈਵਲ ਦੇ ਵਿੱਚ ਜਿਹੜਾ ਕੁਛ ਆਪਾਂ ਨੂੰ ਓਰੀਜਨਲ ਨਹੀਂ ਵੀ ਹੈਗਾ, ਫਲੂਐਂਸੀ ਨਹੀਂ ਵੀ ਹੈਗੀ, ਉਹ ਵਾਲੇ ਸਾਰੇ ਵਿਚਾਰ ਆ ਜਾਂਦੇ ਨੇ। ਪ੍ਰੋਡਕਟਿਵ ਲੈਵਲ ਦੇ ਵਿੱਚ ਕੀ ਆ ਜਾਂਦਾ? ਕੁਛ ਨਵਾਂ ਕ੍ਰੀਏਟ ਕਰਨਾ, ਕਨਸੈਪਟਸ, ਆਈਡੀਆ, ਵਿਚਾਰਾਂ ਦੀ ਗੱਲ ਕਰਨੀ, ਨਵੇਂ-ਨਵੇਂ ਕਨਸੈਪਟਸ ਦੀ ਯੂਨੀਕ ਚੀਜ਼ ਕ੍ਰੀਏਟ ਕਰਨ ਨੂੰ ਬੋਲਦੇ ਆਪਾਂ ਪ੍ਰੋਡਕਟਿਵਿਟੀ। ਥਰਡ ਲੈਵਲ ਦੀ ਗੱਲ ਕਰਾਂ, ਥਰਡ ਲੈਵਲ ਦੇ ਵਿੱਚ ਪੁਰਾਣੀ ਚੀਜ਼ਾਂ ਨੂੰ ਲੈ ਕੇ ਕੁਛ ਨਵਾਂ ਕ੍ਰੀਏਟ ਕਰਨ ਦੀ ਗੱਲ ਆ ਜਾਂਦੀ ਆ। ਪੁਰਾਣੀਆਂ ਕਹਿ ਲਓ ਵੇਸਟ ਮਟੀਰੀਅਲ ਨੂੰ ਲੈ ਕੇ ਕੁਛ ਨਵਾਂ ਬਣਾਉਣ ਦੀ ਗੱਲ ਆ ਜਾਂਦੀ ਆ। ਨੈਕਸਟ ਚੌਥਾ ਇਨੋਵੇਟਿਵ ਦੇ ਵਿੱਚ ਆ ਜਾਂਦਾ, ਜਿਹੜੀ ਚੀਜ਼ ਸਾਹਮਣੇ ਹੁੰਦੀਆਂ ਆਪਾਂ ਉਹਨਾਂ ਦੇ ਪ੍ਰਤੀ ਕੁਛ ਨਵਾਂ ਕ੍ਰੀਏਟ ਕਰਦੇ ਹਾਂ।
ਇਮਰਜੇਟਿਵ ਦੇ ਵਿੱਚ ਐਬਸਟਰੈਕਟ ਚੀਜ਼ਾਂ ਜਿਹੜੀਆਂ ਆਪਾਂ ਨੂੰ ਦਿਖਦੀਆਂ ਨਹੀਂ, ਉਹਨਾਂ ਨੂੰ ਲੈ ਕੇ ਕੁਛ ਕ੍ਰੀਏਟ ਕਰਦੇ ਹਾਂ। ਤਾਂ ਇਹਦੇ ਵਿੱਚ ਇਨੋਵੇਟਿਵ ਦੇ ਵਿੱਚ ਐਂ ਵੀ ਕਹਿ ਸਕਦੇ ਹਾਂ, ਜਿੰਨੇ ਕਾਰੀਗਰ ਨੇ, ਜਿਹੜੀਆਂ ਜਿਵੇਂ ਚੀਜ਼ਾਂ ਵਾਕਈ ਜਿਹੜੀਆਂ ਆਪਾਂ ਨੂੰ ਦਿਖਦੀਆਂ ਉਹ ਬਣਾਉਂਦੇ ਨੇ, ਜਿਵੇਂ ਕਾਰਪੈਂਟਰ ਆ ਸਕਦੇ ਨੇ, ਮੰਨ ਲਓ ਨਵੀਂ ਕੋਈ ਚੀਜ਼ ਬਣਾ ਰਿਹਾ ਕਾਰਪੈਂਟਰ ਲੱਕੜ ਦਾ ਯੂਜ਼ ਕਰਕੇ, ਕੋਈ ਨਵੀਂ ਮੂਰਤੀਕਾਰ ਮੂਰਤੀ ਬਣਾ ਰਿਹਾ, ਉਹ ਇਨੋਵੇਟਿਵ ਦੇ ਵਿੱਚ ਆ ਜਾਊਗਾ। ਪਰ ਜੇ ਮੈਂ ਗੱਲ ਕਰਾਂ ਇਮਰਜੇਟਿਵ ਦੀ, ਉਹਦੇ ਵਿੱਚ ਪੋਇਟ, ਸਾਹਿਤਕਾਰ ਵਗੈਰੇ ਆ ਜਾਣਗੇ। ਤਾਂ ਆਈ ਹੋਪ ਤੁਹਾਨੂੰ ਆਹ ਸਾਰੇ ਲੈਵਲ ਕਲੀਅਰ ਹੋ ਗਏ ਹੋਣਗੇ 5 ਤੇ 5। ਅੱਗੇ ਚੱਲਦੇ ਹਾਂ ਆਪਾਂ ਕਰੈਕਟਰਿਸਟਿਕਸ ਆਫ ਕ੍ਰੀਏਟਿਵਿਟੀ। ਹੁਣ ਇਹਨਾਂ ਤੋਂ ਇਲਾਵਾ ਇਹ ਸਾਰੇ ਕਰੈਕਟਰਿਸਟਿਕਸ ਕੀ ਹੁੰਦੇ ਨੇ ਕ੍ਰੀਏਟਿਵਿਟੀ ਦੇ, ਜਿਨ੍ਹਾਂ ਤੋਂ ਪਤਾ ਲੱਗਦਾ ਆਪਾਂ ਨੂੰ ਵੀ ਬੰਦਾ ਕ੍ਰੀਏਟਿਵ ਹੈਗਾ ਕਿ ਨਹੀਂ। ਹੁਣ ਕ੍ਰੀਏਟਿਵ ਦੇ ਵਿੱਚ ਪਹਿਲਾ ਪ੍ਰੋਸੈਸ ਤੇ ਪ੍ਰੋਡਕਟ ਹੁੰਦਾ, ਵੀ ਇੱਕ ਪ੍ਰੋਸੈਸ ਹੁੰਦਾ ਜਿਹਦੇ ਨਾਲ ਆਪਾਂ ਨੂੰ ਕੋਈ ਨਾ ਕੋਈ ਪ੍ਰੋਡਕਟ ਨਿਕਲ ਕੇ ਆਉਂਦਾ। ਸੈਕੰਡ ਕੀ ਆ, ਕ੍ਰੀਏਟਿਵਿਟੀ ਯੂਨੀਵਰਸਲ ਹੁੰਦੀ ਆ। ਕ੍ਰੀਏਟਿਵਿਟੀ ਹੁਣ ਯੂਨੀਵਰਸਲ ਦਾ ਮਤਲਬ ਇਹ ਆ ਵੀ ਹਰੇਕ ਥਾਂ ਤੇ ਦੇਖਣ ਨੂੰ ਮਿਲਦੀ ਆ ਆਪਾਂ ਨੂੰ, ਇਹ ਨਹੀਂ ਵੀ ਇੱਕ ਪਾਰਟਿਕੂਲਰ ਜਗ੍ਹਾ ਦੇ ਉੱਤੇ ਹੀ ਬੰਦੇ ਕ੍ਰੀਏਟਿਵ ਹੋਣਗੇ, ਜਾਂ ਆਪਾਂ ਕਹਿ ਲਈਏ ਪਾਰਟਿਕੂਲਰ ਪਲੇਸ ਦੇ ਉੱਤੇ ਕ੍ਰੀਏਟਿਵਿਟੀ ਹੋਣਗੇ। ਇੱਕ ਪਿੰਡ ਦਾ ਬੰਦਾ ਵੀ ਕ੍ਰੀਏਟਿਵ ਹੋ ਸਕਦਾ, ਇੱਕ ਸ਼ਹਿਰ ਦਾ ਬੰਦਾ ਵੀ ਕ੍ਰੀਏਟਿਵ ਹੋ ਸਕਦਾ, ਤੇ ਭਾਵੇਂ ਤਾਂ ਉਹ ਕੈਨੇਡਾ ਰਹਿੰਦਾ ਹੋਵੇ ਤੇ ਭਾਵੇਂ ਇੰਡੀਆ ਰਹਿੰਦਾ ਹੋਵੇ। ਕ੍ਰੀਏਟਿਵਿਟੀ ਹਮੇਸ਼ਾ ਯੂਨੀਵਰਸਲ ਹੁੰਦੀ ਆ, ਕਿਤੇ ਵੀ ਕ੍ਰੀਏਟਿਵਿਟੀ ਹੋ ਸਕਦੀ ਹੈ, ਜ਼ਰੂਰੀ ਨਹੀਂ ਵੀ ਇਹ ਪਾਰਟਿਕੂਲਰ ਪਲੇਸ ਜਾਂ ਪਾਰਟਿਕੂਲਰ ਬੰਦਿਆਂ ਦੇ ਵਿੱਚ ਹੀ ਕ੍ਰੀਏਟਿਵਿਟੀ ਹੋਊਗੀ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅੱਗੇ, ਥਰਡ ਕਰੈਕਟਰਿਸਟਿਕਸ ਹੁੰਦੀ ਹੈ ਯੂਨੀਕਨੈਸ। ਕ੍ਰੀਏਟਿਵਿਟੀ ਦੇ ਵਿੱਚ ਆਪਾਂ ਨੂੰ ਯੂਨੀਕਨੈਸ ਦੇਖਣ ਨੂੰ ਮਿਲਦੀ ਆ। ਹੁਣ ਜਿਹੜੇ ਬੰਦੇ ਕ੍ਰੀਏਟਿਵ ਹੁੰਦੇ ਨੇ ਉਹਨਾਂ ਦੇ ਵਿੱਚ ਕੁਝ ਵੱਖਰਾ ਦੇਖਣ ਨੂੰ ਮਿਲਦਾ ਆਪਾਂ ਨੂੰ, ਭਾਵੇਂ ਤਾਂ ਆਪਾਂ ਸਿੰਗਰਾਂ ਦੀ ਗੱਲ ਕਰ ਲਈਏ, ਜਿਹੜੇ ਸਿੰਗਰ ਆਪ ਲਿਖਦੇ ਨੇ ਗਾਉਂਦੇ ਨੇ, ਉਹਨਾਂ ਦੇ ਵਿੱਚ ਵੀ, ਉਹਨਾਂ ਦੇ ਗਾਣਿਆਂ ਦੇ ਵਿੱਚ ਵੀ ਕ੍ਰੀਏਟਿਵਿਟੀ ਦੇਖਣ ਨੂੰ ਮਿਲਦੀ ਆ। ਕਿਤੇ ਨਾ ਕਿਤੇ ਆਪਾਂ ਜਿਹੜੀ ਚੀਜ਼ ਕਾਪੀ ਹੁੰਦੀ ਆ ਉਹਨੂੰ ਆਪਾਂ ਕ੍ਰੀਏਟਿਵਿਟੀ ਨਹੀਂ ਕਹਿੰਦੇ, ਜਿਹੜੀ ਖੁਦ ਹੀ ਤਿਆਰ ਕੀਤੀ ਵੀ ਆ, ਕੁਝ ਯੂਨੀਕ ਆ, ਉਹਨੂੰ ਹੀ ਕ੍ਰੀਏਟਿਵਿਟੀ ਕਹਿੰਦੇ ਆ। ਉਸ ਤੋਂ ਬਾਅਦ ਆ ਜਾਂਦੀ ਹੈ ਨੋਵੈਲਿਟੀ। ਨੋਵੈਲਿਟੀ ਮਤਲਬ ਨਵੀਨਤਾ, ਕੁਝ ਨਵਾਂ ਕਰਨਾ। ਤਾਂ ਇਹਦੇ 'ਚ ਕੁਛ ਨਾ ਕੁਛ ਨਵਾਂ ਦੇਖਣ ਨੂੰ ਮਿਲਦਾ ਆਪਾਂ ਨੂੰ, ਤਾਂ ਹੀ ਆਪਾਂ ਉਹਨੂੰ ਕ੍ਰੀਏਟਿਵ ਬੋਲਦੇ ਹਾਂ। ਨੈਕਸਟ ਡਿਵਰਜੈਂਟ ਥਿੰਕਿੰਗ, ਮੈਂ ਹੁਣੇ ਤੁਹਾਨੂੰ ਦੱਸਿਆ ਸੀਗਾ, ਡਿਵਰਜੈਂਟ ਥਿੰਕਿੰਗ ਉਹੀ ਆ ਕੁਛ ਵੱਖਰੀਆਂ ਚੀਜ਼ਾਂ ਸੋਚਣਾ, ਇੱਕ ਪਹਿਲੂ ਨਾਲ ਨਹੀਂ ਸਗੋਂ ਵੱਖਰੇ ਪਹਿਲੂਆਂ ਬਾਰੇ ਸੋਚਣ ਨੂੰ ਡਿਵਰਜੈਂਟ ਥਿੰਕਿੰਗ ਬੋਲ ਦਿੰਦੇ ਆਪਾਂ। ਫਿਰ ਉਹ ਤੋਂ ਬਾਅਦ ਫਲੈਕਸੀਬਿਲਿਟੀ ਵੀ ਪੜ੍ਹਿਆ ਸੀ ਆਪਾਂ ਉੱਤੇ। ਫਲੈਕਸੀਬਿਲਿਟੀ ਉਹੀ ਆ ਲਚਕੀਲਾਪਨ, ਜਿਹਦੇ ਵਿੱਚ ਆਪਾਂ ਇੱਕੋ ਧਾਰਾ ਨੂੰ ਲੈ ਕੇ ਨਹੀਂ ਚੱਲਦੇ, ਸਗੋਂ ਉਹਨੂੰ ਬਦਲਦੇ ਵੀ ਆ ਟਾਈਮ ਆਉਣ 'ਤੇ। ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਰੀਇੰਟਰਪ੍ਰੀਟੇਸ਼ਨ। ਹੁਣ ਮੰਨ ਲਓ ਮੈਂ ਤੁਹਾਨੂੰ ਆਹ ਇੱਕ ਸ਼ੇਪ ਬਣਾਤੀ ਸਾਹਮਣੇ, ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਇਹ ਸ਼ੇਪ ਦਾ ਮਤਲਬ ਕੀ ਆ, ਹੁਣ ਕੋਈ ਬੰਦਾ ਤਾਂ ਇਹਨੂੰ ਫੁੱਲ ਕਹੂਗਾ ਵੀ ਇਹ ਫੁੱਲ ਆ, ਕੋਈ ਬੰਦਾ ਇਹਨੂੰ ਕਹੂਗਾ ਪੱਖਾ ਬਣਾਇਆ ਹੋਇਆ ਵੀ ਇਹਦੇ ਫਰ ਲੱਗੇ ਹੋਏ ਆ ਆਹ। ਤਾਂ ਹਰੇਕ ਬੰਦੇ ਦੀ ਇਸ ਫਿਗਰ ਨੂੰ ਦੇਖ ਕੇ ਅੱਡ-ਅੱਡ ਇੰਟਰਪ੍ਰੀਟੇਸ਼ਨ ਹੋਊਗੀ, ਤਾਂ ਉਸ ਨੂੰ ਬੋਲਦੇ ਆਪਾਂ ਰੀਇੰਟਰਪ੍ਰੀਟੇਸ਼ਨ। ਤਾਂ ਹਰੇਕ ਬੰਦੇ ਦਾ ਡਿਫਰੈਂਟ ਪੁਆਇੰਟ ਆਫ ਵਿਊ ਹੁੰਦਾ। ਇਹ ਵੀ ਕਰੈਕਟਰਿਸਟਿਕਸ ਕਾਹਦੇ ਹੁੰਦੇ ਆ, ਕ੍ਰੀਏਟਿਵਿਟੀ ਦੇ ਹੁੰਦੇ ਆ। ਉਸ ਤੋਂ ਬਾਅਦ ਆ ਜਾਂਦਾ ਨਰਚਰਡ ਬਾਈ ਟ੍ਰੇਨਿੰਗ, ਮਤਲਬ ਕ੍ਰੀਏਟਿਵਿਟੀ ਨੂੰ ਕਿਤੇ ਨਾ ਕਿਤੇ ਨਰਚਰ ਕੀਤਾ ਜਾ ਸਕਦਾ। ਜੇ ਬੰਦਾ ਬਚਪਨ ਤੋਂ ਕ੍ਰੀਏਟਿਵਿਟੀ ਹੈਗੀ ਵੀ ਆ ਤਾਂ ਉਹਨੂੰ ਉਹਦੇ 'ਚ ਸੁਧਾਰ ਲਿਆਂਦਾ ਜਾ ਸਕਦਾ, ਹੋਰ ਉਹਨੂੰ ਇੰਪਰੂਵ ਕੀਤਾ ਜਾ ਸਕਦਾ, ਕਾਹਦੇ ਨਾਲ, ਟ੍ਰੇਨਿੰਗ ਦੇ ਨਾਲ। ਅੱਗੇ ਨੈਕਸਟ ਆ ਜਾਂਦਾ ਕ੍ਰੀਏਟਿਵਿਟੀ ਨਾਲ ਇੰਜੋਇਮੈਂਟ ਤੇ ਸੈਟਿਸਫੈਕਸ਼ਨ ਮਿਲਦੀ ਆ। ਜਿਹੜੇ ਬੰਦੇ ਕ੍ਰੀਏਟਿਵ ਹੁੰਦੇ ਨੇ, ਜਾਂ ਜਿਹੜੇ ਬੰਦੇ ਕਹਿ ਲਓ ਮਿਊਜ਼ਿਕ ਕੰਪੋਜ਼ ਕਰਦੇ ਨੇ, ਨਵੇਂ-ਨਵੇਂ ਤਰ੍ਹਾਂ ਦੇ ਮਿਊਜ਼ਿਕ ਬਣਾਉਂਦੇ ਨੇ, ਗਾਣੇ ਲਿਖਦੇ ਨੇ, ਜਾਂ ਜਿਹੜੇ ਪੇਂਟਿੰਗ, ਡਰਾਇੰਗ ਕਰਦੇ ਨੇ, ਨਵੇਂ-ਨਵੇਂ ਤਰ੍ਹਾਂ ਦੀ ਆਪਦੇ ਜਿਹੜੇ ਕਹਿ ਲਓ ਪਹੁੰਚੇ ਵੀ ਹੁੰਦੇ ਨੇ ਆਪਦੇ ਕਿੱਤੇ ਦੇ ਵਿੱਚ, ਤਾਂ ਉਹ ਕਿਤੇ ਨਾ ਕਿਤੇ ਇੰਜੋਇਮੈਂਟ ਤੇ ਸੈਟਿਸਫੈਕਸ਼ਨ ਮਿਲਦੀ ਹੈ, ਤਾਂ ਹੀ ਉਹ ਇੰਨਾ ਅੱਗੇ ਵੱਧਦੇ ਆ। ਤਾਂ ਕ੍ਰੀਏਟਿਵ ਦੇ ਨਾਲ ਇੰਜੋਇਮੈਂਟ ਤੇ ਸੈਟਿਸਫੈਕਸ਼ਨ ਆਉਂਦੀ ਆ, ਇਹ ਵੀ ਤੁਸੀਂ ਯਾਦ ਰੱਖਣੀ ਆ। ਤਾਂ ਇਹ 9 ਕਰੈਕਟਰਿਸਟਿਕਸ ਸੀਗੇ ਕ੍ਰੀਏਟਿਵਿਟੀ ਦੇ, ਆਈ ਹੋਪ ਤੁਹਾਨੂੰ ਸਮਝ ਲੱਗੇ ਹੋਣਗੇ। ਉਸ ਤੋਂ ਬਾਅਦ ਅੱਗੇ ਗੱਲ ਕਰੀਏ ਆਪਾਂ ਪ੍ਰਿੰਸੀਪਲ ਆਫ ਕ੍ਰੀਏਟਿਵਿਟੀ ਦੀ। ਇਹ ਮਤਲਬ ਜਿਹੜੇ ਕ੍ਰੀਏਟਿਵਿਟੀ ਦੇ ਸਿਧਾਂਤ ਨੇ, ਇਹਦੇ ਕੁਝ ਕੁ 6 ਸਿਧਾਂਤ ਨੇ ਜਿਹੜੇ ਪੇਪਰ ਲਈ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਆ ਜਾਂਦਾ ਐਂਸ਼ੀਐਂਟ ਪ੍ਰਿੰਸੀਪਲ, ਜਿਹਨੂੰ ਬੋਲਦੇ ਆਪਾਂ ਪ੍ਰਾਚੀਨ ਸਿਧਾਂਤ। ਪ੍ਰਾਚੀਨ ਸਿਧਾਂਤ ਕੀ ਕਹਿੰਦਾ ਆਪਾਂ ਨੂੰ, ਵੀ ਕ੍ਰੀਏਟਿਵਿਟੀ ਜਿਹੜੀ ਆ ਈਸ਼ਵਰ ਦੀ ਦੇਣ ਹੁੰਦੀ ਆ, ਆਪਾਂ ਨੂੰ ਰੱਬ ਤੋਂ ਮਿਲਦੀ ਹੈ ਕ੍ਰੀਏਟਿਵਿਟੀ। ਪਹਿਲਾ ਸਿਧਾਂਤ ਇਹ ਕਹਿੰਦਾ। ਸੈਕਿੰਡ ਆ ਗਈ ਆ ਹੈਰੀਡਿਟਰੀ ਪ੍ਰਿੰਸੀਪਲ। ਹੈਰੀਡਿਟਰੀ ਪ੍ਰਿੰਸੀਪਲ ਕਹਿੰਦਾ ਵੀ ਕ੍ਰੀਏਟਿਵਿਟੀ ਜਿਹੜੀ ਹੈ ਜਨਮ ਦੇ ਨਾਲ ਹੀ ਮਿਲਦੀ ਆ ਆਪਾਂ ਨੂੰ। ਬੱਚਾ ਜਿਹੜੇ ਗਰਭ ਤੋਂ ਹੀ ਲੈ ਕੇ ਪੈਦਾ ਹੁੰਦਾ, ਕ੍ਰੀਏਟਿਵਿਟੀ ਉਹਦੇ 'ਚ ਪਹਿਲਾਂ ਹੀ ਹੁੰਦੀ ਹੈ। ਇਨਵਾਇਰਨਮੈਂਟ ਤਾਂ ਜਸਟ ਉਹਨੂੰ ਪਿਓਰ ਕਰਦਾ, ਕਹਿ ਲਓ ਇੰਪਰੂਵ ਕਰਦਾ, ਇਹ ਕਹਿ ਸਕਦੇ ਹਾਂ ਆਪਾਂ। ਫਿਰ ਇਨਵਾਇਰਨਮੈਂਟਲ ਇੰਟਰੈਕਸ਼ਨ, ਉਵੇਂ ਨੈਕਸਟ ਸਿਧਾਂਤ ਆ ਗਿਆ ਵੀ ਇਨਵਾਇਰਨਮੈਂਟਲ ਦੇ ਇੰਟਰੈਕਸ਼ਨ ਨਾਲ ਕ੍ਰੀਏਟਿਵਿਟੀ ਆਪਣੀ ਵੱਧਦੀ ਆ, ਜਾਂ ਕਹਿ ਲਓ ਇਨਵਾਇਰਨਮੈਂਟ ਦੇ ਇੰਟਰੈਕਸ਼ਨ ਨਾਲ ਕ੍ਰੀਏਟਿਵਿਟੀ ਆਉਂਦੀ ਆ। ਇਹ ਕਹਿੰਦਾ ਆਪਾਂ ਨੂੰ ਤੀਜਾ ਸਿਧਾਂਤ। ਦੂਜਾ ਸਿਧਾਂਤ ਦਾ ਫਰਕ ਜੇ ਸਮਝੋ ਤਾਂ ਦੂਜਾ ਸਿਧਾਂਤ ਆਪਾਂ ਨੂੰ ਕਹਿੰਦਾ ਪਿਆ ਸੀ ਹੈਰੀਡਿਟੀ ਬਾਰੇ, ਮਤਲਬ ਜਨਮਜਾਤ ਹੁੰਦੀ ਆ। ਪਰ ਇਨਵਾਇਰਨਮੈਂਟ ਉਹਨੂੰ ਕਹਿ ਲਓ ਅੱਗੇ ਲੈ ਕੇ ਆਉਂਦਾ ਕ੍ਰੀਏਟਿਵਿਟੀ ਨੂੰ। ਹੁਣ ਜੇ ਇਨਵਾਇਰਨਮੈਂਟ ਨੇ ਬੱਚੇ ਨੂੰ ਮਿਲੂਗਾ ਤਾਂ ਉਹਦੇ 'ਚ ਕ੍ਰੀਏਟਿਵਿਟੀ ਝਲਕੂਗੀ ਨਹੀਂ, ਆਪਾਂ ਨੂੰ ਪਤਾ ਨਹੀਂ ਲੱਗੂ ਵੀ ਇਹ ਬੱਚਾ ਕ੍ਰੀਏਟਿਵ ਹੈਗਾ ਹੀ ਆ ਕਿ ਨਹੀਂ। ਨੈਕਸਟ ਅੱਗੇ ਆਉਂਦਾ ਸਾਈਕੋ ਐਨਾਲਿਸਿਸ। ਸਾਈਕੋ ਐਨਾਲਿਟਿਕ ਨੂੰ ਪੰਜਾਬੀ ਦੇ ਵਿੱਚ ਆਪਾਂ ਮਨੋਵਿਸ਼ਲੇਸ਼ਣ ਸਿਧਾਂਤ ਵੀ ਕਹਿੰਦੇ ਆ। ਮਨ ਦੇ ਅੰਦਰ ਜਿਹੜੀਆਂ ਭਾਵਨਾਵਾਂ, ਇੱਛਾਵਾਂ ਕੰਮ ਨੂੰ ਲੈ ਕੇ, ਉਹ ਕ੍ਰੀਏਟਿਵਿਟੀ ਵਿਕਸਿਤ ਹੁੰਦੀ ਆ ਉਹਨਾਂ ਨਾਲ। ਆਪਣੇ ਮਨ ਦੀਆਂ ਭਾਵਨਾਵਾਂ ਵੀ ਕ੍ਰੀਏਟਿਵਿਟੀ ਨੂੰ ਵਿਕਸਿਤ ਕਰਦੀਆਂ। ਨੈਕਸਟ 6 ਦੀ ਗੱਲ ਕਰੀਏ ਆਪਾਂ ਸੈਰੀਬਰਲ ਹੈਮੀਸਫੀਅਰ ਥਿਊਰੀ ਦੀ। ਇਹ ਇੰਪੋਰਟੈਂਟ ਥਿਊਰੀ ਆ। ਸੈਰੀਬਰਲ ਹੈਮੀਸਫੀਅਰ ਥਿਊਰੀ ਕੀ ਕਹਿੰਦੀ ਆ ਆਪਾਂ ਨੂੰ, ਇਹ ਆਪਾਂ ਥਿੰਕਿੰਗ ਵਾਲੇ ਚੈਪਟਰ ਦੇ ਵਿੱਚ ਵੀ ਪੜ੍ਹਿਆ ਸੀਗਾ ਤੇ ਇੰਟੈਲੀਜੈਂਸ ਚੈਪਟਰ 'ਚ ਵੀ ਪੜ੍ਹਿਆ ਸੀਗਾ ਵੀ ਆਪਣੇ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ, ਇੱਕ ਤਾਂ ਹੁੰਦਾ ਰਾਈਟ ਤੇ ਇੱਕ ਹੁੰਦਾ ਲੈਫਟ, ਦੋ ਹਿੱਸੇ ਹੁੰਦੇ ਨੇ ਆਪਣੇ। ਹੁਣ ਇਹ ਕਹਿੰਦੇ ਨੇ ਜਿਹੜਾ ਆਪਣੇ ਬ੍ਰੇਨ ਦਾ ਰਾਈਟ ਹੈਮੀਸਫੀਅਰ ਹੁੰਦਾ ਉਹ ਜ਼ਿਆਦਾ ਸਟਰੋਂਗ ਹੁੰਦਾ, ਜਿਹਦੇ ਵਿੱਚ ਕ੍ਰੀਏਟਿਵਿਟੀ ਹੁੰਦੀ ਆ। ਮਤਲਬ ਕ੍ਰੀਏਟਿਵਿਟੀ ਲਈ ਕਿਹੜਾ ਰਿਸਪੌਂਸੀਬਲ ਹੁੰਦਾ, ਇਹ ਰਾਈਟ ਹੈਮੀਸਫੀਅਰ ਰਿਸਪੌਂਸੀਬਲ ਹੁੰਦਾ। ਪੇਪਰ ਦੇ ਵਿੱਚ ਕੁਐਸਚਨ ਨਹੀਂ ਬਣ ਸਕਦਾ ਵੀ ਸੈਰੀਬਰਲ ਹੈਮੀਸਫੀਅਰ ਥਿਊਰੀ ਕੀ ਕਹਿੰਦੀ ਆਪਾਂ ਨੂੰ, ਵੀ ਆਪਣੇ ਬ੍ਰੇਨ ਦਾ ਰਾਈਟ ਹਿੱਸਾ ਕ੍ਰੀਏਟਿਵਿਟੀ ਲਈ ਜ਼ਿੰਮੇਵਾਰ ਹੁੰਦਾ।
ਮਤਲਬ ਜਿੰਨਾ ਹਿੱਸਾ ਜ਼ਿਆਦਾ ਸਟਰੋਂਗ ਹੋਊਗਾ ਰਾਈਟ ਆਪਣੇ ਬ੍ਰੇਨ ਦਾ, ਉਨੀ ਹੀ ਬੰਦੇ ਦੇ ਵਿੱਚ ਕ੍ਰੀਏਟਿਵਿਟੀ ਜ਼ਿਆਦਾ ਹੋਊਗੀ। ਤੇ ਜਿਹੜਾ ਲੈਫਟ ਬ੍ਰੇਨ ਆ, ਇਹ ਲੌਜੀਕਲੀ ਆਪਾਂ ਨੂੰ ਸੋਚਣ ਲਈ ਹੈਲਪ ਕਰਦਾ। ਇਹ ਤੁਸੀਂ ਯਾਦ ਰੱਖਣਾ, ਪਰ ਕ੍ਰੀਏਟਿਵਿਟੀ ਵਾਸਤੇ ਰਾਈਟ ਬ੍ਰੇਨ ਹੁੰਦਾ। ਹੁਣ ਨੈਕਸਟ ਅੱਗੇ ਆ ਜਾਂਦਾ ਆਪਣੇ ਕੋਲੇ, ਕ੍ਰੀਏਟਿਵਿਟੀ ਨੂੰ ਆਪਾਂ ਡਿਵੈਲਪ ਕਿਵੇਂ ਕਰ ਸਕਦੇ ਹਾਂ। ਹੁਣ ਕਈ ਸਾਈਕੋਲੋਜਿਸਟ ਇਹ ਮੰਨਦੇ ਆ ਵੀ ਆਪਾਂ ਕ੍ਰੀਏਟਿਵਿਟੀ ਬੱਚੇ ਦੇ ਵਿੱਚ ਡਿਵੈਲਪ ਵੀ ਕਰ ਸਕਦੇ ਹਾਂ। ਤਾਂ ਉਸ ਨੂੰ ਲੈ ਕੇ ਇਹ 4 ਜਿਹੜੇ ਨੇ ਤਰੀਕੇ ਨੇ ਡਿਵੈਲਪ ਕਰਨ ਦੇ। ਪਹਿਲਾ ਆ ਜਾਂਦਾ ਬ੍ਰੇਨਸਟੋਰਮਿੰਗ। ਹੁਣ ਬ੍ਰੇਨਸਟੋਰਮਿੰਗ ਔਸਬੋਰਨ ਨੇ ਦਿੱਤੀ ਸੀਗੀ 1963 ਦੇ ਵਿੱਚ, ਇਹ ਯਾਦ ਰੱਖਣਾ, ਔਸਬੋਰਨ ਨੇ ਦਿੱਤੀ ਸੀ 1963 ਦੇ ਵਿੱਚ। ਹੁਣ ਔਸਬੋਰਨ ਕੀ ਕਹਿੰਦੇ ਆ, ਉਹ ਕਹਿੰਦੇ ਵੀ ਜਦੋਂ ਆਪਣੇ ਸਾਹਮਣੇ ਕੋਈ ਪ੍ਰੋਬਲਮ ਹੁੰਦੀ ਆ, ਆਪਾਂ ਕੋਈ ਪ੍ਰੋਬਲਮ ਸੋਲਵ ਕਰਨ ਲੱਗਦੇ ਆ, ਆਪਣਾ ਦਿਮਾਗ ਨੂੰ ਘੁਮਾ ਫਿਰਾ ਕੇ ਸੋਲਵ ਕਰਦਾ, ਉਹਦੇ ਨਾਲ ਸਟਰੋਂਗ ਬਣਦਾ। ਤਾਂ ਪਹਿਲਾ ਸਿਧਾਂਤ ਬ੍ਰੇਨਸਟੋਰਮਿੰਗ ਦਾ ਇਹੀ ਆ ਵੀ ਆਪਣਾ ਦਿਮਾਗ ਕਿਸੇ ਪ੍ਰੋਬਲਮ ਨੂੰ ਘੁਮਾ ਫਿਰਾ ਕੇ ਜਦੋਂ ਸੋਲਵ ਕਰਦਾ, ਉਸ ਨਾਲ ਆਪਣੀ ਕ੍ਰੀਏਟਿਵਿਟੀ ਡਿਵੈਲਪ ਹੁੰਦੀ ਆ। ਨੈਕਸਟ ਅੱਗੇ ਆਉਂਦਾ ਪ੍ਰੋਬਲਮ ਸੋਲਵਿੰਗ। ਪ੍ਰੋਬਲਮ ਸੋਲਵਿੰਗ ਦੇ ਵਿੱਚ ਇਹੀ ਆ ਵੀ ਜਿੰਨੇ ਜ਼ਿਆਦਾ ਆਪਾਂ ਪ੍ਰੋਬਲਮਸ ਸੋਲਵ ਕਰਾਂਗੇ ਆਪਣੀ ਜ਼ਿੰਦਗੀ ਵਿੱਚ ਨੂੰ ਲੈ ਕੇ, ਭਾਵੇਂ ਕਿਸੇ ਚੀਜ਼ ਨੂੰ ਲੈ ਕੇ, ਭਾਵੇਂ ਕਿਸੇ ਕੰਮ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਲੈ ਕੇ ਆਪਾਂ ਪ੍ਰੋਬਲਮ ਸੋਲਵ ਕਰਾਂਗੇ, ਆਪਾਂ ਉਹਦੇ ਨਾਲ ਆਪਣੀ ਕ੍ਰੀਏਟਿਵਿਟੀ ਜਿਹੜੀ ਆ ਡਿਵੈਲਪ ਹੁੰਦੀ ਆ। ਫਿਰ ਨੈਕਸਟ ਥਰਡ ਆ ਜਾਂਦਾ ਡਿਸਕਸ਼ਨ ਇਨ ਗਰੁੱਪਸ। ਤਾਂ ਸਮੂਹ ਦੇ ਵਿੱਚ ਵਾਦ ਵਿਵਾਦ ਜਿੰਨਾ ਜ਼ਿਆਦਾ ਹੋਊਗਾ, ਜਿੰਨੇ ਜ਼ਿਆਦਾ ਆਪਾਂ ਵਿਚਾਰ ਸਾਂਝੇ ਕਰਾਂਗੇ ਗਰੁੱਪ ਦੇ ਵਿੱਚ, ਉਹਦੇ ਨਾਲ ਵੀ ਆਪਣੀ ਕ੍ਰੀਏਟਿਵਿਟੀ ਜਿਹੜੀ ਆ ਡਿਵੈਲਪ ਹੋਊਗੀ। ਫਿਰ ਨੈਕਸਟ ਆ ਜਾਂਦਾ ਕੁਇਜ਼ ਕੰਪੀਟੀਸ਼ਨ। ਕੁਇਜ਼ ਕੰਪੀਟੀਸ਼ਨ ਨੂੰ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਆਪਾਂ, ਖੇਲ ਵਿਧੀ ਵੀ ਬੋਲ ਦਿੰਦੇ ਇਹਨੂੰ ਆਪਾਂ, ਵੀ ਖੇਡ ਕੇ ਕਿਸੇ ਚੀਜ਼ ਨੂੰ ਸਿੱਖਣਾ, ਕੁਇਜ਼ ਕੰਪੀਟੀਸ਼ਨ ਲਗਾਉਣੇ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਕ੍ਰੀਏਟਿਵਿਟੀ ਨੂੰ ਡਿਵੈਲਪ ਕਰਨ ਦੇ ਲਈ। ਨੈਕਸਟ ਅੱਗੇ ਆਉਂਦਾ ਕ੍ਰੀਏਟਿਵਿਟੀ ਮਾਪਨ। ਕ੍ਰੀਏਟਿਵਿਟੀ ਨੂੰ ਆਪਾਂ ਮਾਪ ਕਿਵੇਂ ਸਕਦੇ ਹਾਂ। ਕ੍ਰੀਏਟਿਵਿਟੀ ਨੂੰ ਮਾਪਣ ਦੇ 2 ਤਰੀਕੇ ਨੇ, ਯਾਦ ਰੱਖਣਾ ਤੁਸੀਂ। ਇੱਕ ਹੈਗਾ ਵਰਬਲ, ਦੂਜਾ ਹੈਗਾ ਫਿਗਰਲ। ਇੱਕ ਹੈਗਾ ਵਰਬਲ ਟੈਸਟ, ਇੱਕ ਹੈਗਾ ਫਿਗਰਲ ਟੈਸਟ। ਇਹ ਦਿੱਤਾ ਸੀਗਾ ਟੋਰੈਂਸ ਨੇ। ਇਹ ਯਾਦ ਰੱਖਣਾ, ਕ੍ਰੀਏਟਿਵਿਟੀ ਦੇ ਟੈਸਟ 2 ਵਰਬਲ ਤੇ ਫਿਗਰਲ ਕਿਹਨੇ ਦਿੱਤੇ ਸੀਗੇ, ਟੋਰੈਂਸ ਨੇ ਦਿੱਤੇ ਸੀਗੇ। ਫਿਰ ਕ੍ਰੀਏਟਿਵਿਟੀ ਦੇ ਜਿਹੜੀ ਟੈਸਟ ਦੀ ਸ਼ੁਰੂਆਤ ਕਿਹਨੇ ਕੀਤੀ ਸੀਗੀ, ਇਹ ਕੀਤੀ ਸੀਗੀ ਮੈਕਲਿਨ ਨੇ। ਟੈਸਟ ਦੀ ਸ਼ੁਰੂਆਤ ਕਿਹਨੇ ਕੀਤੀ ਸੀਗੀ, ਮੈਕਲਿਨ ਨੇ ਕੀਤੀ ਸੀਗੀ। ਆਹ ਤੁਸੀਂ ਨਾਮ ਯਾਦ ਰੱਖਣੇ ਨੇ। ਟੋਰੈਂਸ ਨੇ 2 ਦਿੱਤੇ ਸੀ, ਵਰਬਲ ਤੇ ਫਿਗਰਲ ਟੈਸਟ ਦਿੱਤਾ ਸੀਗਾ। ਤੇ ਕ੍ਰੀਏਟਿਵਿਟੀ ਮਾਪਣ ਦੀ ਜਿਹੜੀ ਸ਼ੁਰੂਆਤ ਕਿਹਨੇ ਕੀਤੀ ਸੀਗੀ, ਮੈਕਲਿਨ ਨੇ ਕੀਤੀ ਸੀ। ਜਿਵੇਂ ਤੁਹਾਨੂੰ ਯਾਦ ਹੋਗਾ ਇੰਟੈਲੀਜੈਂਸ ਦੇ ਵਿੱਚ ਆਪਾਂ ਗੱਲ ਕੀਤੀ ਸੀ, ਇੰਟੈਲੀਜੈਂਸ ਦੀ ਗੱਲ ਸਭ ਤੋਂ ਪਹਿਲਾਂ ਕੌਣ ਕਰਦਾ, ਬੀਨੇ ਕਰਦਾ। ਇਹ ਕੁਐਸਚਨ ਵੀ ਆਇਆ ਸੀਗਾ ਪੇਪਰ ਦੇ ਵਿੱਚ। ਤੇ ਜੇ ਕ੍ਰੀਏਟਿਵਿਟੀ ਦੀ ਗੱਲ ਕਰ ਰਹੀ ਹੈ, ਸਭ ਤੋਂ ਪਹਿਲਾਂ ਟੈਸਟ ਕਿਹਨੇ ਦਿੱਤਾ, ਮੈਕਲਿਨ ਨੇ ਦਿੱਤਾ। ਟੋਰੈਂਸ ਨੇ 2 ਦਿੱਤੇ ਨੇ, ਵਰਬਲ ਤੇ ਫਿਗਰਲ ਟੈਸਟ ਦਿੱਤੇ ਨੇ। ਫਿਰ ਜੇ ਇੰਡੀਅਨ ਦੀ ਗੱਲ ਕਰੀਏ ਵੀ ਇੰਡੀਅਨ ਜੇ ਕੋਈ ਸਾਇੰਟਿਸਟ ਹੋਏ ਆ ਜਿਨ੍ਹਾਂ ਨੇ ਆਪਾਂ ਨੂੰ ਕ੍ਰੀਏਟਿਵਿਟੀ ਦੀ ਗੱਲ ਕੀਤੀ ਆ, ਤਾਂ ਉਹ ਹੋਏ ਨੇ BK ਪੱਸੀ। BK ਪੱਸੀ ਇੰਡੀਅਨ ਹੋਏ ਨੇ 1972 ਦੇ ਵਿੱਚ, ਜਿਨ੍ਹਾਂ ਨੇ ਆਪਾਂ ਨੂੰ, ਇਹ ਇੰਦੌਰ ਦੇ ਸੀ, ਵੀ ਯਾਦ ਰੱਖਣਾ। ਵੈਸੇ ਇਹ ਪੁੱਛਦੇ ਨਹੀਂ ਪਰ ਫਿਰ ਵੀ ਤੁਸੀਂ ਯਾਦ ਰੱਖਣਾ, BK ਪੱਸੀ ਸੀ ਇੰਦੌਰ ਦੇ 1972 ਦੇ ਵਿੱਚ, ਜਿਨ੍ਹਾਂ ਨੇ ਆਪਾਂ ਨੂੰ ਸਿਰਜਣਾਤਮਕ ਦਾ ਟੈਸਟ ਦਿੱਤਾ ਸੀਗਾ ਇੰਡੀਅਨ। ਗਿਲਫਰਡ ਨੇ 5 ਤਰ੍ਹਾਂ ਦੇ ਟੈਸਟ ਦਿੱਤੇ ਸੀਗੇ ਇਹਨਾਂ ਨੇ। ਪਹਿਲਾ ਸੀਗਾ ਫਲੂਇਡਿਟੀ, ਜਿਹਦੇ ਵਿੱਚ ਆਈਡੀਏਸ਼ਨ, ਐਸੋਸੀਏਸ਼ਨ, ਐਕਸਪ੍ਰੈਸ਼ਨ, ਇਹ ਸਾਰੀ ਚੀਜ਼ਾਂ ਆ ਜਾਂਦੀਆਂ ਨੇ, ਜਿਹਦੇ ਵਿੱਚ ਆਪਾਂ ਨੰਬਰ ਆਫ ਆਈਡੀਆਜ਼ ਦੀ ਗੱਲ ਕਰਦੇ ਹਾਂ ਆਪਾਂ। ਦੂਜਾ ਸੀਗਾ ਫਲੈਕਸੀਬਿਲਿਟੀ। ਪਹਿਲਾ ਹੈਗਾ ਫਲੂਇਡਿਟੀ, ਦੂਜਾ ਹੈਗਾ ਫਲੈਕਸੀਬਿਲਿਟੀ, ਤੀਜਾ ਹੈਗਾ ਓਰੀਜਨੈਲਿਟੀ। ਇਹ 1950 ਦੇ ਵਿੱਚ ਦਿੱਤੇ, ਯਾਦ ਰੱਖਣਾ ਤੁਸੀਂ, ਗਿਲਫਰਡ ਨੇ। JP ਗਿਲਫਰਡ ਵੀ ਬੋਲਦੇ ਨੇ ਇਹਨਾਂ ਨੂੰ ਆਪਾਂ। ਫਿਰ ਚੌਥਾ ਸੀਗਾ ਇਲੈਬੋਰੇਸ਼ਨ, ਤੇ ਪੰਜਵਾਂ ਸੀਗਾ ਡਾਇਵਰਜੈਂਟ ਥਿੰਕਿੰਗ। ਤਾਂ ਆਹ 5 ਟੈਸਟ ਦਿੱਤੇ ਸੀਗੇ ਗਿਲਫਰਡ ਨੇ। ਇਸ ਤੋਂ ਇਲਾਵਾ ਪੇਪਰ ਦੇ ਲਈ ਜਿਹੜੇ ਇੰਪੋਰਟੈਂਟ ਨੇ, ਉਹ ਹੁਣੇ ਪੇਪਰ ਦੇ ਵਿੱਚ ਆਇਆ ਵੀ ਸੀ ਇੱਕ ਨਾਮ, ਰੋਬਰਟ ਸਟਰਨਬਰਗ। ਤੁਹਾਨੂੰ ਯਾਦ ਹੋਊਗਾ ਪੇਪਰ ਦੇ ਵਿੱਚ ਜਿਹੜਾ 12 ਤਰੀਕ ਨੂੰ ਆਇਆ ਸੀ, ਉਹਦੇ ਵਿੱਚ ਪੁੱਛਿਆ ਗਿਆ ਸੀ। ਰੋਬਰਟ ਸਟਰਨਬਰਗ ਨੇ ਵੀ 5 ਜਿਹੜੇ ਕ੍ਰੀਏਟਿਵਿਟੀ ਦੇ ਕੰਪੋਨੈਂਟ ਦਿੱਤੇ ਸੀਗੇ, ਇਹ ਤੁਸੀਂ ਯਾਦ ਰੱਖਣੇ ਨੇ, ਮੋਸਟ ਇੰਪੋਰਟੈਂਟ ਨੇ। ਪਹਿਲਾ ਹੈਗਾ ਕ੍ਰੀਏਟਿਵ ਇਨਵਾਇਰਮੈਂਟ। ਕ੍ਰੀਏਟਿਵ ਇਨਵਾਇਰਮੈਂਟ। ਹੁਣ ਜੇ ਕ੍ਰੀਏਟਿਵ ਇਨਵਾਇਰਮੈਂਟ ਦੀ ਗੱਲ ਕਰੀਏ, ਉਹ ਕਹਿੰਦੇ ਵੀ ਜਿਹੜਾ ਇਨਵਾਇਰਮੈਂਟ ਆ ਉਹ ਸਪੋਰਟ ਕਰਦਾ, ਆਪਾਂ ਨੂੰ ਫੀਡਬੈਕ ਦਿੱਤਾ, ਜਿਵੇਂ ਆਪਾਂ ਨੂੰ ਟਾਈਮ ਤੇ ਸਪੇਸ ਦਿੰਦਾ ਸੋਚਣ ਵਾਸਤੇ। ਤਾਂ ਪਹਿਲਾਂ ਉਹਨਾਂ ਨੇ ਕ੍ਰੀਏਟਿਵ ਇਨਵਾਇਰਮੈਂਟ ਦੀ ਗੱਲ ਕੀਤੀ। ਦੂਜੀ ਉਹਨਾਂ ਨੇ ਗੱਲ ਕੀਤੀ ਪਰਸਨੈਲਿਟੀ ਦੀ। ਤੀਜਾ ਉਹਨਾਂ ਨੇ ਗੱਲ ਕੀਤੀ ਇੰਟ੍ਰੈਂਸਿਕ ਮੋਟੀਵੇਸ਼ਨ ਦੀ। ਇੰਟ੍ਰੈਂਸਿਕ ਆਪਾਂ ਮੋਟੀਵੇਸ਼ਨ ਦੇ ਚੈਪਟਰ 'ਚ ਵੀ ਪੜ੍ਹਿਆ, ਤੁਹਾਨੂੰ ਯਾਦ ਹੋਊਗਾ। ਇੰਟਰਸਟਿੰਗ ਹੁੰਦੀ ਆ ਅੰਦਰੋਂ, ਮਤਲਬ ਇੰਜੋਏ ਕਰਨਾ, ਆਪਣੇ ਚੈਲੰਜ ਨੂੰ, ਇੰਟਰਸਟ ਨੂੰ ਪਰਸਿਊ ਕਰਨਾ, ਇੰਜੋਏ ਕਰਨਾ, ਬਿਨਾਂ ਕਿਸੇ ਐਕਸਟਰਨਲ ਕਹਿ ਲਓ ਦਬਾਅ ਦੇ ਜਾਂ ਐਕਸਟਰਨਲ ਪ੍ਰੈਸ਼ਰ ਦੇ। ਉਹ ਹੁੰਦੀ ਹੈ ਇੰਟਰਸਟਿਕ ਮੋਟੀਵੇਸ਼ਨ। ਚੌਥਾ ਕੰਪੋਨੈਂਟ ਹੁੰਦਾ ਕ੍ਰੀਏਟਿਵਿਟੀ ਦਾ ਐਕਸਪਰਟੀਜ਼। ਨੌਲੇਜ ਉਸ ਚੀਜ਼ ਨੂੰ ਲੈ ਕੇ ਕਿੰਨੀ ਕੁ ਹੈਗੀ ਆ, ਐਕਸਪਰਟੀਜ਼ ਕਿੰਨੀ ਕੁ। ਪੰਜਵਾਂ ਕੰਪੋਨੈਂਟ ਹੈਗਾ ਇਮੈਜੀਨੇਟਿਵ ਥਿੰਕਿੰਗ, ਵੀ ਆਪਾਂ ਇਮੈਜਿਨ ਕਿਵੇਂ ਕਰ ਸਕਦੇ ਹਾਂ ਕਿਸੇ ਚੀਜ਼ ਨੂੰ ਲੈ ਕੇ,
ਆਪਾਂ ਕਿਸ ਤਰੀਕੇ ਨਾਲ ਸੋਚ ਸਕਦੇ ਹਾਂ, ਇਮੈਜਿਨ ਕਿਸੇ ਤਰੀਕੇ ਨਾਲ ਕਰ ਸਕਦੇ ਹਾਂ, ਨਵੇਂ-ਨਵੇਂ ਪਰਸਪੈਕਟਿਵ ਕੰਬੀਨੇਸ਼ਨ ਕਿੱਦਾਂ ਦੇ ਨੇ ਆਪਣੇ। ਆਹ 5 ਦਿੱਤੇ ਸੀਗੇ ਰੋਬਰਟ ਸਟਰਨਬਰਗ ਨੇ, ਉੱਪਰ ਜਿਹੜੇ 5 ਦਿੱਤੇ ਉਹ ਸੀਗੇ ਗਿਲਫੋਰਡ ਨੇ, ਜਿਹੜੇ ਇੰਡੀਅਨ ਸੀਗੇ ਆਪਾਂ ਬੀਕੇ ਪੱਸੀ 1972 ਦੇ ਵਿੱਚ ਦਿੱਤਾ ਸੀ, ਇੰਦੌਰ ਦੇ ਸੀਗੇ। ਵੈਸੇ ਇਹ ਇਕੱਲਾ ਨਾਮ ਯਾਦ ਕਰ ਲਓ, ਇਹਨਾਂ ਬਾਰੇ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਪੁੱਛਦੇ। ਤਾਂ ਆਈ ਹੋਪ ਤੁਹਾਨੂੰ ਅੱਜ ਦਾ ਇਹ ਕ੍ਰੀਏਟੀਵਿਟੀ ਚੈਪਟਰ ਸਮਝ ਲੱਗਿਆ ਹੋਏਗਾ। ਜਿੰਨਾ ਕੁਛ ਵੀ ਕ੍ਰੀਏਟੀਵਿਟੀ ਚੈਪਟਰ ਦੇ ਵਿੱਚ ਪੇਪਰ ਦੇ ਰਿਗਾਰਡਿੰਗ ਹੁੰਦਾ, ਮੈਂ ਤੁਹਾਨੂੰ ਸਾਰੇ ਕਰਾਤੇ। ਸਗੋਂ ਆਪਾਂ ਉਹ ਵਾਲੇ ਸਾਇੰਟਿਸਟ ਵੀ ਕਰ ਲਏ ਜਿਨ੍ਹਾਂ ਦਾ ਪੇਪਰ ਦੇ ਵਿੱਚ ਹੁਣੇ ਪੁੱਛਿਆ ਗਿਆ ਸੀਗਾ, ਰੋਬਰਟ ਸਟਰਨਬਰਗ, ਤੁਸੀਂ ਯਾਦ ਰੱਖਣਾ ਨੇ। ਇਹਨਾਂ ਨੇ ਕ੍ਰੀਏਟੀਵਿਟੀ ਬਾਰੇ ਆਹ 5 ਗੱਲਾਂ ਕਹੀਆਂ ਸੀਗੀਆਂ। ਤਾਂ ਆਈ ਹੋਪ ਤੁਹਾਨੂੰ ਇਹ ਸਾਰਾ ਕੁਛ ਕਲੀਅਰ ਹੋ ਗਿਆ ਹੋਊਗਾ। ਜੇ ਤੁਹਾਨੂੰ ਵੀਡੀਓ ਪਸੰਦ ਆਈ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਇਹਦੇ ਬਾਅਦ MCQ ਦੇ ਕਲਾਸਿਸ ਲੈ ਕੇ ਆਊਂਗਾ ਮੈਂ, ਜਿਹਦੇ ਵਿੱਚ ਆਪਾਂ ਇਹਨਾਂ ਨੂੰ ਸੋਲਵ ਵੀ ਕਰਾਂਗੇ, MCQs ਨੂੰ ਵੀ, ਤੇ ਕੁਐਸਚਨ ਤੁਹਾਨੂੰ ਪਤਾ ਲੱਗਣਗੇ ਪੇਪਰ ਦੇ ਵਿੱਚ ਕਿੱਦਾਂ ਦੇ ਪੁੱਛੇ ਜਾਂਦੇ ਨੇ। ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਸਟੇ ਸੇਫ ਐਂਡ ਫਾਈਨਲੀ ਥੈਂਕਸ ਫॉर ਵਾਚਿੰਗ।